ਸਾਡਾ ਹੋਣ ਦਾ ਵਿਸ਼ਾ accept the identity of others, then respect the identity of others, and protect the identity of others in Guru Granth Sahib. ਇਹ ਵਿਸ਼ਾ ਬੜਾ ਸਮਝਣ ਵਾਲਾ ਹੈ ਔਰ ਅੱਜ ਇਸ 21ਵੀਂ ਸੈਂਚਰੀ ਵਿੱਚ ਇਸ ਵਿਸ਼ੇ ਦੀ ਬੜੀ ਮਹੱਤਤਾ ਹੈ। ਆਮ ਤੌਰ 'ਤੇ ਜਦੋਂ ਆਇਡੈਂਟੀਟੀ ਦੀ ਗੱਲ ਅਸੀਂ ਕਰਦੇ ਹਾਂ ਤਾਂ ਇਹ ਆਇਡੈਂਟੀਟੀ ਤੁਹਾਡੀ ਨਿੱਜੀ ਪਛਾਣ ਨਾਲ ਵੀ ਸੰਬੰਧਿਤ ਹੈ, ਤੁਹਾਡੇ ਪਰਿਵਾਰ ਨਾਲ, ਤੁਹਾਡੇ ਮਜ਼ਹਬ ਨਾਲ, ਤੁਹਾਡੀ ਭਾਸ਼ਾ ਨਾਲ, ਤੁਹਾਡੇ ਕਲਚਰ ਨਾਲ ਵੀ ਇਹ ਸੰਬੰਧਿਤ ਹੋ ਜਾਂਦਾ। ਪਰ ਮੈਂ ਜਿਹੜੀ ਆਇਡੈਂਟੀਟੀ ਦੀ ਗੱਲ ਕਰਨਾ ਚਾਹ ਰਿਹਾ ਉਹ ਅੱਜ ਜਦੋਂ ਅਸੀਂ ਅਖਬਾਰਾਂ ਵਿੱਚ, ਮੀਡੀਆ ਦੇ ਵਿੱਚ ਦੇਖਦੇ ਹਾਂ ਅਤੇ ਅੱਜ ਜੋ ਕੁਛ ਪੂਰੇ ਗਲੋਬ ਦੇ ਵਿੱਚ ਵਿਚਰ ਰਿਹਾ ਉਹ ਕਿੱਥੇ ਨਾ ਕਿੱਥੇ ਆਇਡੈਂਟੀਟੀ ਉਹਦੇ ਵਿੱਚ ਬੜੀ ਇੰਪੋਰਟੈਂਸ ਰੱਖਦੀ ਹੈ। ਅੱਜ ਵਿਸ਼ਵ ਵਿੱਚ ਹਰ ਵਿਅਕਤੀ ਨੂੰ, ਹਰ ਕੌਮ ਨੂੰ, ਹਰ ਮਜ਼ਹਬ ਨੂੰ, ਹਰ ਸੱਭਿਆਚਾਰ ਨੂੰ ਜੋ ਹੈ ਆਪਣੀ ਆਇਡੈਂਟੀਟੀ, ਆਪਣੀ ਪਛਾਣ, ਆਪਣੀ ਹੋਂਦ ਦੀ ਚਿੰਤਾ ਜੋ ਹੈ ਉਹ ਹੋ ਰਹੀ ਹੈ। ਔਰ ਇਸ ਹੋਂਦ ਦੀ ਚੇਤਨਾ ਦਾ ਅਹਿਸਾਸ ਵਿਅਕਤੀਗਤ ਤੌਰ 'ਤੇ, ਸਮਾਜਿਕ ਤੌਰ 'ਤੇ, ਭਾਸ਼ਾਈ ਤੌਰ 'ਤੇ, ਧਾਰਮਿਕ ਤੌਰ 'ਤੇ, ਕੌਮੀ ਤੌਰ 'ਤੇ ਸਭ ਦੇ ਵਿੱਚ ਹੈ। ਅੱਜ ਵਿਸ਼ਵ ਵਿੱਚ ਜਿਤਨੀ ਵੀ ਵਾਇਲੈਂਸ ਹੈ, ਅਨਰੈਸਟ ਹੈ ਜਾਂ ਹਫੜਾ ਦਫੜੀ ਮੱਚੀ ਹੋਈ ਹੈ, ਕਿੱਥੇ ਨਾ ਕਿੱਥੇ ਸਭ ਦਾ ਕਾਰਨ ਆਇਡੈਂਟੀਟੀ ਹੈ, ਹੋਂਦ ਹੈ ਜਾਂ ਪਛਾਣ ਹੈ। ਹਰ ਇੱਕ ਨੂੰ ਆਪਣੀ ਆਇਡੈਂਟੀਟੀ ਚਾਹੀਦੀ ਹੈ, ਹਰ ਇੱਕ ਨੂੰ ਆਪਣੀ ਸਪੇਸ ਚਾਹੀਦੀ ਹੈ ਜੋ ਕਿ ਉਸ ਦਾ ਹੱਕ ਵੀ ਹੈ। ਘਰਾਂ ਵਿੱਚ, ਸਮਾਜਾਂ ਵਿੱਚ, ਕੌਮਾਂ ਵਿੱਚ ਇਸ ਦੀ ਫਿਕਰ ਹੈ ਔਰ ਇਤਿਹਾਸ ਗਵਾਹ ਹੈ ਕਿ ਕਿਤਨੇ ਹੀ ਸੱਭਿਆਚਾਰ, ਕਿਤਨੀਆਂ ਹੀ ਕੌਮਾਂ, ਕਿਤਨੀਆਂ ਹੀ ਭਾਸ਼ਾਵਾਂ ਜਿਹੜੀਆਂ ਨੇ ਇਸ ਸਾਡੇ ਦੇਖਦੇ ਦੇਖਦੇ ਇੱਥੋਂ ਅਲੋਪ ਹੋ ਚੁੱਕੀਆਂ ਨੇ। ਜੇ ਅਸੀਂ ਇਤਿਹਾਸ ਪੜ੍ਹੀਏ ਤਾਂ ਇੱਕ ਕੌਮ ਜਿਹੜੀ, ਮੈਂ ਉਸ ਬਾਰੇ ਸਟੱਡੀ ਥੋੜ੍ਹੀ ਕੀਤੀ ਹੈ, ਰਸ਼ੀਆ ਦੀ ਕਜ਼ਾਕ ਕੌਮ ਸੀ, ਬੜੀ ਬਹਾਦਰ ਕੌਮ ਸੀ, ਲੇਕਿਨ ਉਹਨਾਂ ਨੇ ਆਪਣੀ ਆਇਡੈਂਟੀਟੀ, ਆਪਣੀ ਸਪੇਸ ਬਾਰੇ ਅਵੇਸਲੇ ਹੋਏ। ਅੱਜ ਉਹ ਸਿਰਫ ਅਜਾਇਬ ਘਰਾਂ ਤੱਕ ਸੀਮਤ ਨੇ ਜਾਂ ਉਹਨਾਂ 'ਤੇ ਪਿਕਚਰਾਂ ਬਣਦੀਆਂ ਨੇ। ਤਾਂ ਵੱਡੀਆਂ ਤਾਕਤਾਂ ਜਿਹੜੀਆਂ ਨੇ ਮਗਰ ਮੱਛਾਂ ਦੀ ਤਰ੍ਹਾਂ ਦੂਸਰੇ ਤਾਕਤਾਂ ਦੇ, ਦੂਸਰੇ ਲੋਕਾਂ ਦੇ, ਦੂਸਰੇ ਸੱਭਿਆਚਾਰਾਂ 'ਤੇ, ਦੂਸਰੇ ਧਰਮਾਂ 'ਤੇ, ਦੂਸਰਿਆਂ ਦੇ ਕਲਚਰ 'ਤੇ ਜਿਹੜੀ ਹੈ, ਜਿਹਨੂੰ ਦੂਸਰਿਆਂ ਦੀ ਹੋਂਦ ਅਤੇ ਹਸਤੀ ਦੀ ਸਭਿਅਤਾ ਜਿਹੜੀ ਹੈ ਉਹ ਹਜ਼ਮ ਕਰ ਰਹੀ ਹੈ। ਇੱਕ ਹੁੰਦੀ ਹੈ ਇਕਸਾਰਤਾ, ਇੱਕ ਰੂਪਤਾ, ਇੱਕ ਹੁੰਦੀ ਹੈ ਇਕਸੁਰਤਾ, ਪਰ ਜ਼ਮੀਨ ਅਸਮਾਨ ਦਾ ਫਰਕ ਹੈ। ਇਕਸਾਰਤਾ ਹੁੰਦੀ ਹੈ ਸਭ ਇੱਕੋ ਜਿਹੇ ਹੋ ਜਾਣ, ਸਭ ਦੀ ਭਾਸ਼ਾ ਇੱਕ ਹੋ ਜਾਏ, ਸਭ ਦਾ ਰਹਿਣ ਸਹਿਣ ਇੱਕ ਹੋ ਜਾਏ। ਇੱਕ ਹੁੰਦੀ ਹੈ ਇਕਸੁਰਤਾ। ਮੈਂ ਅੱਜ ਜਿਹੜੀ ਗੱਲ ਕਰਨੀ ਹੈ ਉਹ ਇਕਸੁਰਤਾ ਦੀ ਗੱਲ ਕਰਨੀ ਹੈ। ਇਕਸਾਰਤਾ ਦੀ ਛੋਟੀ ਜਿਹੀ ਮਿਸਾਲ ਦਿਆਂ ਤਾਂ ਉਹ ਹੁੰਦਾ ਕਿ ਇੱਕੋ ਧਰਮ ਹੋ ਜਾਏ, ਇੱਕੋ ਭਾषा हो जाए, ਇੱਕੋ सभ्याचार हो जाए। तुझको तुझसे तोड़ के फिर अपने साथ जोड़ लूँ, इकसारता है। लेकिन तू है, मैं हाँ, अपनी आइडेंटिटी अलग रखते हुए इकट्ठे बैठना, इकट्ठे विचरना, ये इकसुरता है। मैं कल कोई फिलोसफी ਦੀਆਂ ਕਿਤਾਬਾਂ ਇੱਕ ਦੋ ਮੇਰੇ ਹੱਥ ਲੱਗੀਆਂ, ਮੈਂ ਫਿਲੋਸਫਰਸ ਬਾਰੇ ਪੜ੍ਹ ਰਿਹਾ ਸੀ। ਇੱਕ ਫਿਲੋਸਫਰ ਹੋਇਆ ਹੈ ਜਨੇਵਾ ਦਾ, ਰੂਸੋ, ਅਤੇ ਇੱਕ ਫਿਲੋਸਫਰ ਹੈ ਵਾਲਟੇਅਰ, ਇਹ ਫਰਾਂਸ ਦਾ ਫਿਲੋਸਫਰ ਹੈ, ਸਮਕਾਲੀ ਨੇ। ਰੂਸੋ ਨੇ ਇੱਕ ਕਿਤਾਬ ਲਿਖੀ ਔਰ ਉਹ ਕਿਤਾਬ ਵਰਲਡ ਦੇ ਵਿੱਚ ਕਾਫੀ ਚੱਲੀ, ਨਾ ਬਰਾਬਰੀ ਦਾ ਜਿਹੜਾ ਵਿਚਾਰ ਵਟਾਂਦਰਾ। ਔਰ ਉਸਨੇ ਉਹਦੇ ਵਿੱਚ ਇਹ ਲਿਖਿਆ ਕਿ ਜਿਹੜੀ ਇਸ ਵਰਲਡ ਦੇ ਵਿੱਚ ਨਾ ਬਰਾਬਰੀ ਹੈ, ਇਸ ਨੂੰ ਕਿਸੇ ਕ੍ਰਾਂਤੀ ਨਾਲ, ਕਿਸੇ ਹਥਿਆਰ ਨਾਲ ਜੋ ਹੈ ਨਾ ਬਰਾਬਰੀ ਨੂੰ ਖ਼ਤਮ ਕੀਤਾ ਜਾਵੇ। ਔਰ ਉਸਨੇ ਆਪਣੀ ਕਿਤਾਬ ਵਾਲਟੇਅਰ ਨੂੰ ਭੇਜੀ, ਫਰੈਂਚ ਦੇ ਫਿਲੋਸਫਰ ਨੂੰ। ਵਾਲਟਰ ਨੇ ਉਹ ਕਿਤਾਬ ਪੜ੍ਹ ਕੇ ਜਵਾਬ ਦਿੱਤਾ
ਉਹ ਕਹਿੰਦਾ ਹੈ ਕਿ ਰੂਸੋ ਮਨੁੱਖ ਜਾਤੀ ਦੇ ਖਿਲਾਫ ਤੁਹਾਡੀ ਕਿਤਾਬ ਮਿਲੀ, ਸ਼ੁਕਰੀਆ। ਅੱਗੇ ਕਿਹਾ ਕਿ ਮਨੁੱਖਤਾ ਨਾਲ ਅੱਜ ਤੱਕ ਇਤਨਾ ਭੱਦਾ ਮਜ਼ਾਕ ਕਿਸੇ ਨੇ ਨਹੀਂ ਕੀਤਾ ਜਿਤਨਾ ਤੂੰ ਕਰ ਦਿੱਤਾ ਹੈ, ਔਰ ਤੂੰ ਫਿਰ ਮਨੁੱਖ ਨੂੰ ਜਾਨਵਰ ਬਣਾਉਣ ਦੀ ਗੱਲ ਕਰ ਰਹੇ ਹਾਂ। ਕਿਤਾਬ ਪੜ੍ਹ ਕੇ ਇੰਝ ਲੱਗਦਾ ਹੈ ਜਿਵੇਂ ਅਸੀਂ ਫਿਰ ਜਾਨਵਰ ਬਣਨ ਜਾ ਰਹੇ ਹਾਂ। ਔਰ ਉਸਨੇ ਆਪਣੇ ਕਿਸੇ ਦੋਸਤ ਨੂੰ ਹੀ ਕਿਹਾ ਕਿ ਜਿਹੜਾ ਰੂਸੋ ਹੈ ਇਹ ਬਾਂਦਰ ਤੋਂ ਮਨੁੱਖ ਬਣਿਆ ਹੈ, ਫਿਰ ਬਾਂਦਰ ਵਰਗਾ ਮੈਨੂੰ ਦਿਖਣ ਲੱਗ ਪਿਆ। ਪਰ ਕੋਈ ਟਾਈਮ ਆਇਆ, ਸਵੀਡਨ ਨੇ ਰੂਸੋ ਦੇ ਉੱਤੇ ਬੈਨ ਲਗਾਤਾ, ਉਹਦੀਆਂ ਕਿਤਾਬਾਂ ਜਲਾ ਦਿੱਤੀਆਂ ਔਰ ਉਸ ਨੂੰ ਜਾਨ ਤੋਂ ਮਾਰਨ ਦੀ ਗੱਲ ਕਹਿ ਦਿੱਤੀ। ਤਾਂ ਫ੍ਰੈਂਚ ਦੇ ਫਿਲੋਸਫਰ ਵਾਲਟੇਰ ਨੇ ਫਿਰ ਇੱਕ ਚਿੱਠੀ ਲਿਖੀ ਰੂਸੋ ਨੂੰ। ਉਹ ਕਹਿੰਦਾ ਹੈ ਕਿ ਮੈਂ ਤੇਰੇ ਲਿਖੇ ਇੱਕ ਇੱਕ ਅੱਖਰ ਨਾਲ, ਇੱਕ ਇੱਕ ਸ਼ਬਦ ਦੇ ਨਾਲ ਅਸਹਿਮਤ ਹਾਂ, ਮੈਂ ਸਹਿਮਤ ਨਹੀਂ ਹਾਂ, ਪਰ ਜੋ ਤੂੰ ਕੁਝ ਕਿਹਾ ਉਹ ਕਹਿਣ ਦਾ ਹੱਕ ਤੈਨੂੰ ਹੈ। ਮੈਂ ਤੇਰੇ ਇਸ ਹੱਕ ਲਈ ਆਪਣੀ ਜਾਨ ਵੀ ਦੇ ਦਿਆਂਗਾ। ਤੂੰ ਚਾਹਵੇਂ ਤਾਂ ਮੇਰੇ ਕੋਲ ਆ ਕੇ ਰਹਿ ਸਕਦਾ ਹੈ। ਇਹ ਹੈ ਇਕਸਾਰਤਾ ਦੀ ਇਸ ਤੋਂ ਵੱਡੀ ਮਿਸਾਲ ਨਹੀਂ ਹੈ। ਦੂਜੀ ਮਿਸਾਲ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ। ਗੁਰੂ ਨਾਨਕ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਜਨੇਊ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਇਹ ਹੈ ਇੱਕ ਸੁਰਤਾ। ਮੈਂ ਤੇਰੇ ਮਜ਼ਹਬ ਦੇ ਨਾਲ ਸਹਿਮਤ ਨਹੀਂ ਹਾਂ, ਤੇਰਾ ਮਜ਼ਹਬ ਤੇਰਾ, ਮੇਰਾ ਮਜ਼ਹਬ ਮੇਰਾ ਹੈ, ਲੇਕਿਨ ਤੇਰੇ ਮਜ਼ਹਬ ਨੂੰ ਕੋਈ ਖ਼ਤਮ ਕਰਨ ਆਵੇ ਔਰ ਮੈਂ ਤੇਰੀ ਰਕਸ਼ਾ ਲਈ ਆਪਣੀ ਜਾਨ ਦੇ ਦੇਵਾਂ, ਇੱਕ ਸੁਰਤਾ ਹੈ। ਤੁਹਾਡੀ ਆਪਣੀ ਪਛਾਣ ਹੋਵੇ, ਉਸ ਨੂੰ ਕੋਈ ਦੂਸਰਾ ਕਲਿਪਸ ਨਾ ਕਰੇ। ਹਮ ਤੇ ਤੁਮ ਦੀ ਆਪਣੀ ਆਪਣੀ ਪਛਾਣ ਕਾਇਮ ਰੱਖਦੇ ਹੋਏ ਪ੍ਰੇਮ ਪਿਆਰ ਨਾਲ ਵਿਚਰਨ ਦਾ ਇੱਕ ਚੰਗਾ ਸਮਾਜ, ਵਿਚਰਨ ਨਾਲ ਇੱਕ ਚੰਗਾ ਸਮਾਜ, ਇੱਕ ਆਦਰਸ਼ ਸਮਾਜ ਬਣਦਾ ਹੈ। 2 ਦਿਨਾਂ ਤੋਂ 3 ਦਿਨਾਂ ਤੋਂ ਭਾਵੇਂ ਚੱਲ ਤਾਂ ਮਹੀਨੇ ਤੋਂ ਰਿਹਾ JNU ਯੂਨੀਵਰਸਿਟੀ ਦਾ, ਬੜੀ ਖੂਬਸੂਰਤ ਮਿਸਾਲ। ਉਸ ਨੂੰ ਸਮਝੋ ਕਿ ਇਕਸੁਰਤਾ ਕੀ ਹੈ ਤੇ ਇਕਸਾਰਤਾ ਕੀ ਹੈ। ਸਟੇਟ ਇਕਸਾਰਤਾ ਚਾਹ ਰਹੀ ਹੈ, ਲੇਕਿਨ ਉਹ ਇਕਸੁਰਤਾ ਦੀ ਗੱਲ ਕਰ ਰਿਹਾ। ਔਰ ਇਹ ਮੈਂ ਗੱਲ ਵੀ ਕਰ ਰਿਹਾ ਸੀ ਸਵੇਰੇ ਕਿ ਇਕਸੁਰਤਾ ਨੂੰ ਹੋਰ ਚੰਗੀ ਤਰ੍ਹਾਂ ਸਮਝਣਾ ਤਾਂ ਉਸ ਦੀਆਂ ਇੰਟਰਵਿਊਆਂ, ਕਨ੍ਹਈਏ ਦੀਆਂ 3 ਇੰਟਰਵਿਊਆਂ, ਇੱਕ ਬਰਖਾ ਦੱਤ ਨਾਲ ਹੈ, ਇੱਕ ਰਵੀਸ਼ ਨਾਲ ਹੈ ਔਰ ਇੱਕ ਰਾਜ ਸਰਦੇਸਾਈ ਨਾਲ। ਇਹ 3 ਇੰਟਰਵਿਊਆਂ ਸੁਣ ਲਓ, ਤੁਹਾਨੂੰ ਇਕਸੁਰਤਾ ਸਮਝ ਆ ਜਾਏਗੀ ਔਰ ਤੁਹਾਨੂੰ ਗਿਆਨ ਹੋ ਜਾਏਗਾ ਕਿ ਅਸਲ ਮਜ਼ਹਬ, ਅਸਲ ਧਰਮ ਕੀ ਹੈ। ਤਾਂ ਜਿਹੜੀ ਅੱਜ ਆਪਣੀ ਸਪੇਸ, ਆਪਣੀ ਪਛਾਣ, ਆਪਣੀ ਆਇਡੈਂਟੀਟੀ ਦੀ ਗੱਲ ਹੋ ਰਹੀ ਹੈ, ਬੜੀ ਸੂਖਮ ਗੱਲ ਹੈ। ਇਸ ਨੂੰ ਬੜਾ ਸਮਝਣਾ। ਜੋ ਅਨਰੈਸਟ ਹੋ ਰਿਹਾ, ਮੈਂ ਸੱਚੀ ਦੱਸਾਂ ਤੁਹਾਨੂੰ, ਮੈਂ ਬੜਾ ਨਿਰਾਸ਼ਾਵਾਦੀ ਹਾਂ ਆਪਣੀ ਕੌਮ ਦੇ ਪ੍ਰਤੀ ਵੀ, ਆਪਣੇ ਧਰਮ ਪ੍ਰਤੀ ਵੀ, ਆਪਣੇ ਪੂਰੇ ਸਿਸਟਮ ਦੇ ਪ੍ਰਤੀ। ਮੈਨੂੰ ਨਾ ਕੁਝ ਦਿਖਦਾ ਨਹੀਂ ਪਿਆ, ਮੈਨੂੰ ਦੂਰ ਅੰਧੇਰਾ ਨਜ਼ਰ ਆਉਂਦਾ। ਮੈਨੂੰ ਬੜੇ ਲੋਕ ਕਹਿੰਦੇ ਵੀ ਨੇ ਕਿ ਤੂੰ ਹਰ ਟਾਈਮ ਦਹਿੰਦੀ ਕਲਾ ਦੀ ਗੱਲ ਕਰਦਾ। ਮੈਂ ਇਹ ਕਹਿਣਾ ਹੁੰਦਾ ਕਿ ਕੌਮਾਂ ਜਾਂ ਸਭਿਤਾਵਾਂ ਜਾਂ ਦੇਸ਼ ਕਰੈਕਟਰ ਨਾਲ ਬਚ ਸਕਦੇ ਨੇ। ਜਿਨ੍ਹਾਂ ਕੌਮਾਂ ਦੇ ਵਿੱਚ, ਜਿਨ੍ਹਾਂ ਧਰਮਾਂ ਦੇ ਵਿੱਚ ਕਰੈਕਟਰ ਨਹੀਂ ਹੈ ਨਾ, ਉਹਨਾਂ ਦਾ ਸਰਵਾਈਵਲ ਨਹੀਂ ਹੈ, ਇਹ ਤੈਅ ਹੈ। ਪਰ ਪਿਛਲੇ 4 ਦਿਨਾਂ ਤੋਂ ਜਦੋਂ ਮੈਂ ਇਹ ਸਪੀਚ ਸੁਣੀ ਉਸਦੀ ਜਾਂ ਉਹਦੀਆਂ ਇੰਟਰਵਿਊਆਂ ਦੇਖੀਆਂ, ਮੈਨੂੰ ਨਹੀਂ ਪਤਾ ਅੱਗੇ ਕੀ ਹੋਣਾ, ਪਰ ਮੈਨੂੰ ਕੁਝ ਥੋੜ੍ਹੀ ਰੋਸ਼ਨੀ ਵੀ ਦਿਖਣ ਲੱਗ ਪਈ ਹੈ ਕਿ ਜੇ ਸਾਡੇ ਯੂਥ ਔਰ ਜਨਰੇਸ਼ਨ ਦੇ ਵਿੱਚ ਇਹ ਆ ਰਹੀ ਹੈ ਸੋਚ, ਤੇ ਸ਼ਾਇਦ ਅਸੀਂ ਬਚ ਜਾਈਏ। ਤਾਂ ਅਜੋਕੇ ਸਮੇਂ ਵਿੱਚ ਅਗਰ ਸੁਖ ਸ਼ਾਂਤੀ ਜਾਂ ਪੀਸਫੁਲ ਮਾਹੌਲ ਕ੍ਰੀਏਟ ਕਰਨਾ ਹੈ ਤਾਂ ਹਰ ਮਨੁੱਖ ਨੂੰ ਉਸਦੀ ਹੋਂਦ, ਉਸਦੀ ਪਛਾਣ, ਉਸਦੀ ਸਪੇਸ ਉਹ ਤੁਹਾਨੂੰ ਦੇਣੀ ਪਏਗੀ। ਇਹਨੂੰ ਆਜ਼ਾਦੀ ਕਹਿੰਦੇ ਨੇ, ਸਹੀ ਮਾਇਨੇ ਵਿੱਚ ਆਜ਼ਾਦੀ। ਉਸਦੀ ਪਛਾਣ ਨੂੰ, ਉਹਦੀ ਆਇਡੈਂਟੀਟੀ ਨੂੰ ਪਹਿਲੇ ਐਕਸੈਪਟ ਕਰਨਾ ਪਏਗਾ, ਫਿਰ ਉਹਦੀ ਪਹਿਚਾਣ ਨੂੰ, ਫਿਰ ਉਸਦੀ ਆਇਡੈਂਟੀਟੀ ਨੂੰ ਫਿਰ ਰਿਸਪੈਕਟ ਕਰਨਾ ਪਏਗਾ, ਔਰ ਫਿਰ ਅਗਰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਫਿਰ ਪ੍ਰੋਟੈਕਟ ਕਰਨਾ ਪਏਗਾ। ਇਹ ਹੈ ਗੁਰੂ ਗ੍ਰੰਥ ਸਾਹਿਬ ਦਾ ਧਰਮ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਜੀਵਨ ਜਾਂਚ ਦਾ ਮੈਂ ਕਹਿ ਸਕਦਾ ਕਰਕਸ ਹੈ। ਇਸੇ ਲਈ ਸਾਡਾ ਇਤਿਹਾਸ ਇਤਨਾ ਰਿਚ ਹੈ ਕਿ ਅਸੀਂ ਜਦੋਂ ਵੀ ਕੋਈ ਪ੍ਰੋਬਲਮਸ ਆਈਆਂ, ਉਹ ਪ੍ਰੋਬਲਮਸ ਅਸੀਂ ਆਪਣੀਆਂ ਸਮਝ ਕੇ ਉਹਨਾਂ ਨੂੰ ਫੇਸ ਕੀਤਾ।
ਤਾਂ ਅੱਜ ਜੇ ਕਿਸੇ ਸੱਭਿਆਚਾਰ ਨੇ, ਕਿਸੇ ਕੌਮ ਨੇ, ਕਿਸੇ ਸਮਾਜ ਨੇ ਜੇ ਵਿਗਸਣਾ ਹੈ, ਤਾਂ ਉਸ ਲਈ ਇੱਕੋ ਰਹਿ ਕਿ ਉਹ ਆਪਣੀ ਹੋਂਦ ਨੂੰ, ਆਪਣੀ ਪਛਾਣ ਨੂੰ ਖੁੱਲ੍ਹਾ ਰੱਖੇ। ਸਾਰੇ ਉਸ ਤੁਹਾਡੀ ਹੋਂਦ ਤੇ ਤੁਹਾਡੀ ਪਛਾਣ ਦੇ ਵਿੱਚ ਐਂਟਰ ਹੋ ਜਾਣ, ਤੁਸੀਂ ਉਹਨਾਂ ਵਿੱਚ ਐਂਟਰ ਹੋ ਜਾਓ। ਉਸ ਨੂੰ ਹੋਰਾਂ ਦੀ ਪਛਾਣ ਦੀ ਗੁੰਜਾਇਸ਼ ਜਿਹੜੀ ਹੈ ਉਹ ਰੱਖਣੀ ਪਏਗੀ। ਤਾਂ ਇਸ ਕੰਟੈਸਟ ਦੇ ਵਿੱਚ ਮੈਂ ਰੋਲ ਮਾਡਲ ਅਗਰ ਕਹਿ ਸਕਦਾ, ਮੈਂ ਬੜੀ ਵਾਰ ਕਹਿੰਦਾ ਕਿ ਇੱਥੇ ਅਸੀਂ ਬੜੀ ਕੰਪੈਰੀਟਿਵ ਸਟੱਡੀ ਕਰਦੇ ਹਾਂ ਆਲ ਰਿਲੀਜਨਸ ਦੀ, ਤਾਂ ਜਿਹੜੀ ਰਿਸਪੈਕਟ ਤੇ ਪ੍ਰੋਟੈਕਟ ਦਾ ਜਿਹੜਾ ਮਸਲਾ ਹੈ, ਇਸ ਦਾ ਅਗਰ ਰੋਲ ਮਾਡਲ ਹੈ ਜੋ ਮੈਨੂੰ ਲੱਗਦਾ ਹੈ, ਉਹ ਗੁਰੂ ਗ੍ਰੰਥ ਸਾਹਿਬ ਹੈ। ਸਾਰੀ ਮਨੁੱਖਤਾ ਬਰਾਬਰ ਹੈ। ਬਰਾਬਰ ਕੁਦਰਤ, ਬਰਾਬਰੀ ਜਿਹੜੀ ਬਰਾਬਰਤਾ ਹੈ, ਇਹ ਕੁਦਰਤ ਦਾ ਮੁੱਢਲਾ ਅਸੂਲ ਹੈ, ਨਿਯਮ ਹੈ, ਲਾ ਆਫ ਡਿਵਾਈਨ ਲਾ ਹੈ, ਇੱਕ ਰੱਬੀ ਸਿਧਾਂਤ ਹੈ। ਉਸ ਵੇਲੇ ਬਰਾਬਰੀ ਦਾ ਸਿਧਾਂਤ ਗੈਰ ਕੁਦਰਤੀ ਹੋ ਜਾਂਦਾ ਹੈ ਜਦੋਂ ਅਧਿਕਾਰ ਜਾਂ ਜ਼ੋਰ ਦੇ ਨਾਲ ਅਸੀਂ ਬਰਾਬਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਿਹੜਾ ਕਿ ਸਟੇਟ ਕਰ ਰਹੀ ਹੈ। ਬਰਾਬਰੀ ਦਾ ਮਤਲਬ ਇਹ ਹੈ ਕਿ ਸਭ ਦੀਆਂ ਨੀਡਸ ਬਰਾਬਰ ਨੇ, ਸਭ ਦੇ ਹੱਕ ਬਰਾਬਰ ਨੇ, ਸਭ ਦੀਆਂ ਪਛਾਣਾਂ ਜਿਹੜੀਆਂ ਨੇ ਉਹਨਾਂ ਦੀ ਹੋਂਦ ਜਿਹੜੀ ਹੈ ਉਹ ਕਾਇਮ ਰਵੇ। ਇਸ ਨੂੰ ਇਕਸੁਰਤਾ ਕਹਿੰਦੇ ਨੇ, ਜਿਹਦੀ ਮੈਂ ਹਾਰਮਨੀ ਦੀ ਗੱਲ ਕਰ ਰਿਹਾ। ਹਰ ਵਿਅਕਤੀ ਸੁਤੰਤਰ ਹੋਵੇ ਆਪਣੀ ਗੱਲ ਕਹਿਣ ਦੀ, ਆਪਣੀ ਇੱਛਾ ਨਾਲ, ਆਪਣੀ ਆਜ਼ਾਦੀ ਨਾਲ ਇੱਕ ਦੂਸਰੇ ਨਾਲ ਮੇਲ ਮਿਲਾਪ ਕਰ ਸਕੇ, ਇਹਨੂੰ ਇਕਸੁਰਤਾ ਕਹਿੰਦੇ ਨੇ। ਜਦ ਕਿ ਇਕਸਾਰਤਾ ਵਿੱਚ ਗੁਲਾਮੀ ਹੈ। ਔਰੰਗਜ਼ੇਬੀ ਰੂਲ, ਉਹਨਾਂ ਨੇ ਕਿਹਾ ਪੂਰਾ ਮੁਲਕ ਮੈਂ ਇਸਲਾਮ ਕਰ ਦੇਵਾਂ। ਔਰ ਅੱਜ ਵੀ ਵਰਲਡ ਦੇ ਵਿੱਚ ਈਰਾਨ, ਇਰਾਕ, ISIS ਉਹ ਕੀ ਕਰ ਰਹੇ ਨੇ? ਸਿਰਫ ਇਕਸਾਰਤਾ ਲਿਆਉਣ ਲਈ ਉਹ ਆਪਣੇ ਹੀ ਭਰਾਵਾਂ ਨੂੰ ਮਾਰ ਰਹੇ ਨੇ ਕਿ ਸਭ ਇੱਕੋ ਹੀ ਸਭ ਕੁਝ ਹੋ ਜਾਵੇ। ਤਾਂ ਇਹ ਜਿਹੜੀ ਇਕਸਾਰਤਾ ਹੈ, ਇਸ ਦੇ ਵਿੱਚ ਬਹੁਤ ਹੀ ਜੋ ਹੈ ਖਤਰੇ ਨਜ਼ਰ ਆ ਰਹੇ ਨੇ ਸਾਡੀ ਸਭਿਅਤਾ ਦੇ ਲਈ। ਤੇ ਇਕਸੁਰਤਾ, ਇਹਦੇ ਵਿੱਚ ਆਪਣੇ ਆਪਣੇ ਅਲੱਗ-ਅਲੱਗ ਵਿਚਾਰ ਰੱਖਦੇ ਹੋਏ, ਆਪਣੀ ਮਤ, ਆਪਣੀ ਬੁੱਧੀ ਅਨੁਸਾਰ ਚੱਲਦੇ ਹੋਏ ਇਕੱਠੇ ਰਹਿਣਾ ਇਕਸੁਰਤਾ ਹੈ। ਔਰ ਇਕਸੁਰਤਾ ਮਨੁੱਖਤਾ ਲਈ ਇੱਕ ਬੜਾ ਖੂਬਸੂਰਤ ਆਦਰਸ਼ ਹੈ। ਔਰ ਇਹ ਯਾਦ ਰੱਖਣਾ, ਜਦੋਂ ਮੈਂ ਗੱਲ ਕੌਮਾਂ ਦੀ ਕਰ ਰਿਹਾ ਤਾਂ ਇਹ ਇਕਸੁਰਤਾ ਪਰਿਵਾਰ ਤੋਂ ਸ਼ੁਰੂ ਹੋਣੀ ਹੈ, ਆਪਣੇ ਬੱਚਿਆਂ ਤੋਂ, ਦੀ ਪਰਵਰਿਸ਼ ਤੋਂ ਸ਼ੁਰੂ ਹੋਣੀ ਹੈ ਇਕਸੁਰਤਾ। ਹੋ ਹੀ ਰਿਹਾ ਕਿ ਮੈਂ ਵੂਮਨ ਐਮਪਾਵਰਮੈਂਟ ਵਿੱਚ ਇੱਕ ਸ਼ਬਦ ਯੂਜ਼ ਕੀਤਾ ਸੀ, ਮਰਦਗਰਦੀ, ਮੈਨ ਡੋਮੀਨੇਟਡ ਸੁਸਾਇਟੀ। ਜਿਹੜਾ ਘਰ ਦਾ ਹੈੱਡ ਹੈ ਉਹ ਕਹਿੰਦਾ ਮੇਰੇ ਹਿਸਾਬ ਨਾਲ ਹੀ ਸਭ ਚੱਲੇਗਾ, ਆਪਣੀ ਪਤਨੀ ਨੂੰ ਹੀ ਆਪਣੇ ਹਿਸਾਬ ਨਾਲ ਚਲਾਉਣਾ, ਆਪਣੇ ਬੱਚਿਆਂ ਨੂੰ ਹੀ ਆਪਣੇ, ਇੱਥੋਂ ਤੱਕ ਕਿ ਬੱਚਿਆਂ ਨੇ ਕਿਹੜੀ ਪੜ੍ਹਾਈ ਕਰਨੀ ਹੈ ਇਹ ਬਾਪ ਦੱਸੇਗਾ। ਹੁੰਦਾ ਆਇਆ ਪਰਿਵਾਰਾਂ 'ਚ, ਹੋਰ ਹੋ ਰਿਹਾ ਹੈ। ਤਾਂ ਇਹ ਜਿਹੜੀ ਸੋਚ ਹੈ ਅੱਜ ਬੜਾ ਅੱਗੇ ਜ਼ਮਾਨਾ ਚਲਾ ਗਿਆ। ਬੱਚੇ ਤੁਹਾਡੇ ਤੋਂ ਰੈਬਲ ਹੋ ਜਾਣਗੇ ਜੇ ਇਕਸੁਰਤਾ ਨਾ ਲਿਆਂਦੀ ਤਾਂ। ਜਿੱਥੇ ਪਰਿਵਾਰਕ ਮਸਲਾ ਹੈ, ਉੱਥੇ ਸਮਾਜਿਕ ਮਸਲਾ ਹੈ, ਉੱਥੇ ਧਾਰਮਿਕ ਮਸਲਾ, ਉੱਥੇ ਸੱਭਿਆਚਾਰਕ ਮਸਲਾ, ਫਿਰ ਪੂਰੇ ਦੇਸ਼ ਦਾ ਮਸਲਾ ਬਣ ਜਾਂਦਾ ਹੈ। ਔਰ ਅੱਜ ਸਾਡੇ ਇੰਡੀਆ ਦੇ ਵਿੱਚ ਖਾਸ ਕਰਕੇ ਪਰਿਵਾਰ ਤੋਂ ਲੈ ਕੇ, ਧਰਮਾਂ ਤੋਂ ਲੈ ਕੇ ਪੂਰੇ ਇੰਡੀਆ ਦੇ ਵਿੱਚ ਇਕਸੁਰਤਾ ਦੀ ਪ੍ਰੋਬਲਮ ਆ ਰਹੀ ਹੈ। ਕੋਈ ਕਿਸੇ ਨੂੰ ਵੇਖ ਕੇ ਰਾਜੀ ਨਹੀਂ ਹੈ, ਮਜ਼ਹਬੀ ਤੌਰ ਤੇ ਕੋਈ ਵੇਖ ਕੇ ਰਾਜੀ ਨਹੀਂ ਹੈ, ਭਾਸ਼ਾ ਦੇ ਤੌਰ ਤੇ ਰਾਜੀ ਨਹੀਂ ਹੈ। ਹੋਰ ਵਸ ਨਹੀਂ ਚੱਲਦਾ ਤੇ ਪਾਣੀ ਆ ਰਹੇ ਨੇ, ਪਾਣੀ ਬੰਦ ਕਰ ਦਿਓ, ਦਿੱਲੀ ਨੂੰ ਪਾਣੀ ਨਹੀਂ ਆਉਣ ਦੇਣਾ, ਉੱਧਰ ਪਾਣੀ ਨਹੀਂ ਜਾਣ ਦੇਣਾ, ਜੇ ਹੋਰ ਨਹੀਂ ਚੱਲਿਆ ਤਾਂ ਰਸਤੇ ਰੋਕ ਦਿਓ। ਤਾਂ ਇਹ ਸਾਰੀਆਂ ਗੱਲਾਂ ਜੋ ਹੋ ਰਹੀਆਂ ਨੇ, ਅਲੱਗ-ਅਲੱਗ ਚਿੱਤ ਤੇ ਵਿਚਾਰਾਂ ਵਾਲੇ, ਅਲੱਗ-ਅਲੱਗ ਸੋਚਣ ਤੇ ਸਮਝਣ ਵਾਲੇ, ਅਲੱਗ-ਅਲੱਗ ਸੁਭਾਵਾਂ ਵਾਲੇ ਲੋਕਾਂ ਵਿੱਚ ਇਕਸੁਰਤਾ ਲਿਆਉਣ ਦੀ ਅੱਜ ਬਹੁਤ ਵੱਡੀ ਜ਼ਰੂਰਤ ਹੈ। ਔਰ ਜਦੋਂ ਇਕਸੁਰਤਾ ਆ ਜਾਂਦੀ ਹੈ ਉਦੋਂ ਲੋਕ ਮੈਚਿਓਰ ਹੁੰਦੇ ਨੇ, ਅਨੁਭਵੀ ਹੋ ਜਾਂਦੇ ਨੇ, ਫਿਰ ਉਹਨਾਂ ਦੀ ਸੋਚ ਜਿਹੜੀ ਹੈ ਉਹ ਵਿਸ਼ਾਲ ਹੋ ਜਾਂਦੀ ਹੈ, ਆਕਾਸ਼ ਵਰਗੀ, ਜਿਹਦੇ ਵਿੱਚ ਸਾਰੇ ਸਮਾ ਜਾਣ। ਤਾਂ ਇਕਸਾਰਤਾ ਜਾਂ ਇਕਰੂਪਤਾ ਨਾਲ ਮਨੁੱਖ ਦੀ ਆਜ਼ਾਦੀ ਦੇ ਹੱਕਾਂ 'ਤੇ ਹਮਲਾ ਹੈ, ਔਰ ਇਕਸੁਰਤਾ ਨਾਲ ਜਿਹੜੀ ਹੈ ਸਹੀ ਮਾਇਨੇ ਦੇ ਵਿੱਚ ਆਜ਼ਾਦੀ ਹੈ। ਕੋਈ ਤੁਹਾਡੇ ਨਾਲ ਸਹਿਮਤ ਨਹੀਂ, ਅੱਜ ਕੀ ਹੋ ਰਿਹਾ, ਕੋਈ ਤੁਹਾਡੇ ਨਾਲ ਸਹਿਮਤ ਨਹੀਂ ਤਾਂ ਉਹਦੀ ਆਵਾਜ਼ ਬੰਦ ਕਰ ਦਿਓ। ਜੇ ਹੋਰ ਜ਼ਿਆਦਾ ਕੋਈ ਤਾਕਤਵਰ ਹੋਏਗਾ ਤਾਂ ਕਿਲ ਹਿਮ, ਫਿਨਿਸ਼ ਹਿਮ। ਪਰ ਹਮੇਸ਼ਾ ਯਾਦ ਰੱਖਣਾ, ਸ਼ਰੀਰਾਂ ਨੂੰ ਫਿਨਿਸ਼ ਕਰ ਦਿਓਗੇ, ਥਾਟ ਕਦੀ ਫਿਨਿਸ਼ ਨਹੀਂ ਹੁੰਦੇ। ਜਿਹੜਾ ਥਾਟ ਕਨਈਆ ਦੇ ਰਿਹਾ ਹੈ ਉਹ ਫਿਨਿਸ਼ ਨਹੀਂ ਹੋਣਾ। ਹੁਣ ਮਾਰ ਦਿਓ ਕਨਈਏ ਨੂੰ,
मैं सुनिया है अज खबर दे विच कि 11 लाख का इनाम जिहड़ा उसनूं ਉਹਦਾ सिर उतार के लियाएगा, 5 लाख का इनाम जिहड़ा ਉਹਦੀ ਜ਼ਬਾਨ ਕੱਟ देगा। नाउ दिस इज़ द लिमिट। साडी सोसाइटी किस पासे जा रही है? साडे बच्चे, साडी जनरेशन, जिहड़े बच्चे अजे असीं परवरिश कर रहे हैं, उन्हां दे दिमागां दे विच, उन्हां दी सुरतां विच असीं की पा रहे हैं? ये किसी एक धर्म का मसला नहीं है, किसी एक मजहब का मसला नहीं है, ये मसला साडी सोसाइटी का है। गल टीवी ते आ रही है, गल पेपर्स दे विच आ रही है, मीडिया विच आ रही है, उहदे नाल असीं तुसीं सारे प्रभावित हो रहे हैं। बहुत बहुत चिंतन का विषय, चिंता का विषय। टॉलरेंस की अज गल हो रही है, इनटॉलरेंस। क्या कमाल है, किहड़ी सोसाइटी विच असीं विचर रहे हैं। पिछले 5 दिनों में 8-10 मेरे फ्रेंड ऐसे मिले जिहड़े कह रहे हैं कि असीं हुण इस कंट्री च नहीं रहना, कहते असीं छड्ड देना है इत्थे कंट्री। साडे बच्चे किवें सरवाइव करनगे? उन्हां कोल सोर्सिस ने, वो बदल जा सकते हैं दूसरे कंट्रियां च। असीं तुसीं सब इसे अग दे विच असीं विचरना। तो सोचिए कि असीं अपनी सोसाइटी नूं, अपने परिवारां नूं किस तरह बचा सकते हैं। अज विश्व विच हर पासे निराशता है। जिहड़ी निराशता है एक साडी सब तो वड्डी कैद है। ये जिहड़ी डिप्रैशन दियां केसिस सानूं दिख रहे हैं, छोटी छोटी गल दे उत्ते जिहड़ियां सुसाइड दियां टेंडेंसियां साडे विच दिख रही ने, कित्थे ना कित्थे उहदे पिछे जिहड़ा उहदी जड़ है, उहदा रूट है। यह मसला है जिहड़ा मैं तुहाडे नाल डिस्कस कर रहा। 1780 दे विच पूरे विश्व की आबादी 80 करोड़ सी। अज 235-236 साल तो बाद इस धरती की आबादी लगभग 11 गुना 11 टाइम्स वध के ये 900-950 करोड़ के करीब है। कई हज़ार करोड़ कहते हैं। ये आदमी जात नहीं वध रही, ये मनुखता नहीं वध रही, ये भीड़ वध रही है। भीड़ां बन के रही ने, क्राउड्स, भीड़ वध रही है। एंड माइंड रेट, इसनूं समझना, जितनी भीड़ वध रही है लोग उतने इकल्ले होंदे जा रहे हैं। जिवें जिवें आबादी वध रही है लोग इकल्ले होंदे जा रहे हैं, निराश होंदे जा रहे हैं। डिप्रैशनस, तो डिप्रैशन दे नाल नाल जंगली बिरती, अपना मजहब दूसरिਆਂ ਦੇ ਉੱਤੇ थोपना, आप नहीं अपनाना, ये जंगली बिरती है। ईट इट और बी इटन, बस। और इट इज़ हैपनिंग इन और साढ़े सामने इन और सोसाइटी। जे तू मेरे नाल सहमत नहीं है, खत्म। तो समय की धूड़ हेठां जे इतिहास गवाह है। तुसी हिस्टरी भी थोड़ा थोड़ा कभी पढ़िया करो, अपने कल्चर दियां नहीं दूसरियां हिस्टरियां भी पढ़ो। तो इतिहास गवाह है कि इस धूड़ के हेठां हज़ारां शहर, हज़ारां सभ्यतावां, कल्चर और सारियां पहचाना, आइडेंटिटीज़ जिहड़ियां ने वो दब चुकियां ने, खत्म हो गई ने। वड्डियां वड्डियां डायनेस्टीज़ खत्म हो गई ने जदों असीं पिछले 100-200 साल का, 4 साल का, 500 साल का इतिहास पढ़ते हैं। यूनैस्को दीयां रिपोर्टां कह रही ने कि कितनियां ही भाषावां, कितने ही सभ्याचार खत्म हो चुके हैं। और चिंता का विषय है कि विचार करिए कि असी तुसी भी तो नहीं खत्म होने जा रहे। यूनैस्को तो कह रहा है, तुहाडी भाषा माँ भाषा बारे कह रहा है, तुहाडे कल्चर्स बारे कह रहा है कि आने वाले 100 साल विच, 150 साल बाद सब कुछ खत्म हो जाना है। मैं एक रिपोर्ट पढ़ रहा सी, मैं राती भी कित्थे बोल रहा सी, तो वो रिपोर्ट मैनू बड़े दिनों तो मेरे कोल सी, पर मैनू बड़ी ना झिझक आ रही सी मैं तुहाडे नाल किवें सांझी करां, क्योंकि वो डैंदी कला की रिपोर्ट है। 1851 विच अंग्रेज़ां ने कोई एडमिनिस्ट्रेशन रिपोर्ट लिखी सी। तो उहदे विच उन्होंने लिखा कि आने वाला समा सिखां लई खास, इन्हां दी भाषा, इन्हां दा सभ्याचार, इन्हां दी आइडेंटिटी बारे, कि गुरु नानक दे सिख तो शायद सरवाइव कर जाएंगे, लेकिन गुरु गोबिंद सिंह दे सिख बारे वो साइन ऑफ इंटैरोगेशन लगा रहा है। ये 1851 अंग्रेज़ों ने लिखा।
सानू चंगी नहीं लगी उदों रिपोर्ट, इतिहास दसदा। पर फिर मैं कहना कि जे चढ़दी कला की गल करदे हो, कदी कदी रुक के कौमी तौर पर चिंतन तो करना ही चाहिए कि कित्थे असी पहुँचे हाँ तो कित्थे असी जा रहे हैं। करते नहीं असी चिंतन, इक्को चढ़दी कला नहीं चलनी। और चढ़दी कला भी तो चार द्वारी च ही कर रहे हो, गुरुद्वारे की चार द्वारी तो बाहर की गल तो कित्थे असी कर रहे हैं। जितने हुण एजीटेशन होए ने एक सुरता लई, मैनू दिखा दिओ तुहाडी साडी कित्थे कोई साडी कोई शमूलीयत है उहदे विच, जद कि असी बने किस लई सी, साडे गुरु सानू समझा के की गए सी। जिहड़ी मिसालां मैं तुहानू गुरु तेग बहादुर साहब दी कही है, गुरु अर्जन साहब दी कही है। तो ये पता करन लई बहुत वड्डा एक सवाल है कि असी साडी सभ्यता, साडी भाषा, साडी सोसाइटी तो नहीं खत्म होण जा रही। ये पता करन लई सानू जमीन खोदनी पेगी। डायनेस्टियां नू देखण लई खुदाइयां हुंदियां ना, सानू इंट्रोस्पैक्शन करनी पेगी अपनी, नहीं तो खाक हो जाएंगे हम तुमको खबर होने तक। मैं पूरी सोसाइटी दी, पूरे देश की जिहड़ी सभ्यता की मैं गल कर रहा। अज इस विषय नू समझण की कोशिश करनी असी। जमीन नू खोदना पेगा, अज दे हालातां नू विचारना पेगा, परिवारक तौर पर भी, सोसाइटी तौर पर भी, धार्मिक तौर पर भी। हर एक दे मजहब, मैं सारे मजहबां ते लागू हो रहा है। भावें अज फिर मैं वार वार कहांगा टैक्नोलॉजी के युग विच हाँ, नामुमकिन हर नामुमकिन नू मुमकिन किया जा रहा है। दुनिया के हर सुख, हर आराम इस टैक्नोलॉजी और साइंस ने सानू दे दिते ने। रुपए पैसे की चकाचौंध, सारा कुछ। पर इस माहौल दे विच मनुख अपनी होंद जिहड़ा है, अपनी आइडेंटिटी है, अपना स्पेस जिहड़ा है वो गवा रहा है। सारे मजहबी तौर पर, सोसाइटी तौर पर, परिवारक तौर पर इंसान दा ते इंसानियत दा जितना एक्सप्लोटेशन मजहब ते मुल्क दे नां ते हो रहा है, इसनू समझना मेरी गल नू। यह हज़ारां सालां तो हुंदा आया है और हुण भी असी इत्थे देख रहे हैं कि मनुखता दा एक्सप्लोटेशन, मनुखता दा शोषण, दो गल्लां ने इतिहासक तौर पर और अज भी हो रहा है, मजहब के नां ते मुल्क के नां ते। और ये अपनाए गए ने। हुण भी ਜਿਹੜੇ ਸਾਡੇ ਭਾਵੇਂ ਜਿਹੜੇ ਵੀ सिस्टम है, इस सिस्टम ਦੇ ਵਿੱਚ ਇਹਨਾਂ दो चीज़ों ਨੂੰ अपना के ਤੁਹਾਨੂੰ एक्सप्लॉइट किया जा रहा है। पूरी इस सभ्यता ਨੂੰ पूरी कौमी तौर पर, पूरे धार्मिक तौर पर, समाजिक तौर पर जंगली जानवरों वांग असी जो है एक दूजे ਨੂੰ खत्म करन दियां ਜਿਹੜੀਆਂ ਗੱਲਾਂ कर रहे हैं। अपने परायां ਦੀ तहजीब ही नहीं रही। साडे सिस्टम ਵਿੱਚ विधता ते विद्वानां नालों, पढ़े लिखे नालों अनपढ़ पर पैसे वालियां दा जो है ज़्यादा गलबा है, उन्हों की इज्जत ज़्यादा है, उन्हों की जी हजूरी ज़्यादा है। तो रिश्तियां की परिभाषा भी बदल रही है। हर रिश्ते दे विच जिहड़ी है वो सवाल जवाब बन गए ने, जवाब सवाल बन गए ने। हो रहा है इस तरह। तो विस्तार के साधन जिहड़ी है वो वध रहे ने, पर जिहड़ी मनुखता वाली गल है, जिहड़ी विचारधारा की गल है, वो नहीं हो रही। तो यदा बड़ा सुंदर मिसाल है कि पूरा कहते ना ग्लोबलाइजेशन की जो गल है, तो असीं कहने पूरा विश्व जिहड़ा है वो एक मुट्ठी विच आ गया। वो वर्ड कुछ मैं नोट किए सी, अज दे आम तौर पर यूज़ होंदे ने। विश्व पिंड, एक सभ्याचार, विश्व व्यवस्था, विश्व आर्थिकता, ये जिहड़े शब्द ने आम सानू मिलते पे ने। बच्चों नू पढ़ाई दे विच भी, स्कूल सिस्टम तो लैके कॉलेज तक ये एक चीज़ की गल जिहड़ी है वार वार हो रही है। और जिहदा नतीजा यह हो गया कि जिहड़े समाजिक वखरेवे ने ये वध गए, जबकि घटने चाहिए सी। पर एक सुरता का ये जिन्ने तुहाडे कारपोरेट वर्ल्ड ने की कर रहे हैं, जितनियां वड्डियां वड्डियां खान पीन दे जिहड़ियां चेन्स ने, चाहे वो किहड़े पीज़ा है या जिहड़े बर्गर वाले ने, जितने भी ने, ये सब मैकडोनल्ड या होर जितने भी ने, ये कित्थे ना कित्थे तुसीं देखो कि साडी जिहड़ी भारती सभ्यता, साडा जिहड़ा फूड सिस्टम है वो ही बदल गया है। सारे वर्ल्ड दे विच हुण पीजे ते बर्गर बस यही बच्चों के खाने हो गए। कित्थे हर चीज़ का घरां विच अग जलानी जिहड़ी हुंदी है ना,
ਅੱਗ ਦਾ ਵੀ ਇੱਕ ਮਹੱਤਵ ਸੀ, ਉਹਦੇ ਪਿੱਛੇ ਵੀ ਇੱਕ ਫਿਲੋਸਫੀ ਸੀ ਕਿ ਘਰ ਦੇ ਵਿੱਚ ਅੱਗ ਹੈ, ਚੁੱਲ੍ਹਾ ਹੈ। ਪੁਰਾਤਨ ਦੇਖੋ ਤੁਸੀਂ, ਉਹ ਪੋਚੇ ਲੱਗਦੇ ਸੀ ਆਪਣੇ ਜਿਹੜੇ ਵਿਹੜਿਆਂ ਦੇ ਵਿੱਚ, ਔਰ ਜਿਹੜੀ ਰਸੋਈ ਹੁੰਦੀ ਸੀ ਉਹਨਾਂ ਦੇ ਪਿੱਛੇ ਕੁਛ ਨਾ ਕੁਛ, ਹਰ ਦੇ ਪਿੱਛੇ ਕੋਈ ਨਾ ਕੁਝ ਬਿਹਾਈਂਡ ਦਾ ਲਾਈਨ ਹੁੰਦਾ ਸੀ। ਹੁਣ ਤਾਂ ਬੜੇ ਘਰਾਂ ਵਿੱਚ ਅੱਗ ਹੀ ਨਹੀਂ ਬਲਦੀ, ਰਸੋਈਆਂ ਹੀ ਖਤਮ ਹੋ ਗਈਆਂ, ਸਭ ਫਾਸਟ ਫੂਡ ਆਰਡਰ 'ਤੇ ਸਭ ਚੀਜ਼ਾਂ ਹੋਮ ਡਿਲੀਵਰੀ। ਬੜਾ ਅਸਰ ਪਾ ਰਹੀਆਂ ਨੇ ਸਾਡੀ ਸਭਿਅਤਾ ਦੇ ਉੱਤੇ। ਮਾਈਂਡ ਇਟ, ਇਹਨਾਂ ਗੱਲਾਂ ਨੂੰ ਆਪਾਂ ਸਮਝੀਏ। ਕਹਿੰਦੇ ਨੇ ਕਿ ਸਹੀ ਅਤੇ ਗਲਤ, ਇਹਨਾਂ ਵਿੱਚੋਂ ਇੱਕ ਨੂੰ ਚੁਣਨਾ ਬੜਾ ਆਸਾਨ ਹੈ, ਲੇਕਿਨ ਦੋ ਗਲਤਾਂ ਵਿੱਚੋਂ ਇੱਕ ਨੂੰ ਚੁਣਨਾ ਬਹੁਤ ਮੁਸ਼ਕਿਲ ਹੈ। ਔਰ ਦੋ ਗਲਤ ਕੀ ਫੇਸ ਕਰ ਰਹੇ ਅਸੀਂ? ਇੱਕ ਪਾਸੇ ਹੈ ਟੈਕਨੋਲੋਜੀ, ਸਾਇੰਸ, ਕੈਪੀਟਲਿਜ਼ਮ, ਦੂਸਰੀ ਤਰਫ ਹੈ ਵੈਲਿਊ ਸਿਸਟਮ ਔਰ ਧਰਮ ਤੋਂ ਦੂਰੀ। ਇਹ ਦੋਨੋਂ ਗਲਤ ਨੇ, ਪਰ ਅਸੀਂ ਇਹਨਾਂ ਦੋਨਾਂ 'ਚੋਂ ਕਿਹਨੂੰ ਚੁਣੀਏ? ਸਿਸਟਮ ਦੋ ਹੀ ਨੇ ਸਾਡੇ ਕੋਲ। ਮੈਨੂੰ ਦੱਸ ਦਿਓ ਕਿ ਇਹ ਦੋ ਸਿਸਟਮ ਦੇ ਵਿੱਚ ਹੀ ਤਾਂ ਅਸੀਂ ਵਿਚਰ ਰਹੇ ਹਾਂ। ਇੱਕ ਪਾਸੇ ਟੈਕਨੋਲੋਜੀ ਹੈ, ਸਾਇੰਸ ਹੈ, ਤਰੱਕੀ ਹੈ, ਵਿਕਾਸ ਹੈ, ਇੱਕ ਪਾਸੇ ਵੈਲਿਊ ਸਿਸਟਮ ਤੋਂ ਦੂਰੀ ਹੈ। ਇਹ ਦੋ ਸਿਸਟਮ ਤੋਂ ਥੋੜ੍ਹਾ ਤੀਜਾ ਸਿਸਟਮ ਨਜ਼ਰ ਹੀ ਨਹੀਂ ਆ ਰਿਹਾ। ਅਤੇ ਇਹਨਾਂ ਦੋ ਸਿਸਟਮਾਂ ਦੇ ਵਿੱਚੋਂ ਅਸੀਂ ਕਿਸ ਨੂੰ ਇੱਕ ਨੂੰ ਚੁਣੀਏ? ਬੱਚੇ ਆਪਣੀ ਸਮਝ ਨਾਲ ਧਰਮ ਤੋਂ ਦੂਰੀ ਵੀ ਕਰ ਰਹੇ ਨੇ, ਵੈਲਿਊ ਸਿਸਟਮ ਵੀ ਛੱਡ ਰਹੇ ਨੇ, ਔਰ ਕੈਪੀਟਲਿਜ਼ਮ ਵੱਲ ਵੀ ਜਾ ਰਹੇ ਨੇ, ਟੈਕਨੋਲੋਜੀ ਔਰ ਸਾਇੰਸ ਵੱਲ ਵੀ ਜਾ ਰਹੇ ਨੇ। ਆਪਣੀ ਜਿਹੜੀ ਪਿਛੋਕੜ ਜਿਹੜਾ ਸਿਸਟਮ ਹੈ, ਉਸ ਸਿਸਟਮ ਨੂੰ ਤਿਲਾਂਜਲੀ ਦਿੱਤੀ ਜਾ ਰਹੀ ਹੈ। ਔਰ ਇਸੇ ਲਈ ਮੈਂ ਗੱਲ ਜ਼ਰੂਰ ਕਹਾਂਗਾ, ਕਦੀ ਸੋਚਣਾ ਸਾਡੀ ਜਨਰੇਸ਼ਨ ਸਾਡੇ ਨਾਲ ਨਹੀਂ ਹੈ, ਉਹਨਾਂ ਨੂੰ ਆਪਣੀ ਗੱਲ ਕਹਿਣ ਦਾ ਹੱਕ ਦੇ ਦਿਓ। ਇੱਕ ਵਾਰੀ ਤੁਹਾਨੂੰ ਪਤਾ ਲੱਗ ਜਾਏਗਾ ਅਸੀਂ ਕਿੱਥੇ ਖੜ੍ਹੇ ਹਾਂ। ਐਂਡ ਇਟਸ ਫੈਕਟ, ਇਟਸ ਗਰਾਊਂਡ ਰਿਐਲਿਟੀ। ਜਿਸ ਸਿਸਟਮ ਦੇ ਵਿੱਚ ਅਸੀਂ ਬੱਚਿਆਂ ਦੀ ਪਰਵਰਿਸ਼ ਕਰ ਰਹੇ ਹਾਂ, ਜਿਸ ਵਿੱਚ ਸਿਸਟਮ ਵਿੱਚ ਅਸੀਂ ਵਿਚਰ ਰਹੇ ਹਾਂ, ਸਾਡਾ ਯੂਥ ਸਾਡੇ ਨਾਲ ਨਹੀਂ ਹੈ। ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਜਿਹੜਾ ਧਰਮ, ਜਿਸ ਨੂੰ ਅਸੀਂ ਵੇ ਆਫ ਦੀ ਲਾਈਫ ਕਹਿ ਰਹੇ ਹਾਂ, ਉਸ ਨੂੰ ਸਹਾਰਾ ਬਣਾਏ ਬਿਨਾਂ ਇਸ ਮਸਲੇ ਦਾ ਹੱਲ ਨਹੀਂ ਹੈ। ਇਹ ਵੈਲਿਊ ਸਿਸਟਮ, ਇਹ ਐਥਿਕ, ਇਹ ਮੋਰੈਲਿਟੀ, ਇਹ ਸਾਨੂੰ ਸਾਡੇ ਬੱਚਿਆਂ ਨੂੰ ਦੇਣੀ ਪਏਗੀ। ਗੁਰੂ ਗ੍ਰੰਥ ਸਾਹਿਬ, ਮੈਂ ਆਮ ਤੌਰ 'ਤੇ ਇੱਥੇ ਸੈਂਕੜੋਂ ਵਾਰ ਕਹਿ ਚੁੱਕਿਆ, ਇਟ ਬਿਲੋਂਗਸ ਟੂ ਹੋਲ ਹਿਊਮੈਨਿਟੀ, ਇਟ ਬਿਲੋਂਗਸ ਟੂ ਯੂਨੀਵਰਸ। ਪਰ ਅਸੀਂ ਦਾ ਕਸਟੋਡੀਅਨ ਆਫ ਗੁਰੂ ਗ੍ਰੰਥ ਸਾਹਿਬ ਇਸ ਦੇ ਮਤ ਨੂੰ ਗਵਾ ਬੈਠੇ ਹਾਂ। ਸਾਡੇ ਕੋਲ ਇਸ ਦੀ ਸਿੱਖਿਆਵਾਂ, ਇਸ ਲਈ ਬਰਤਨ ਹੀ ਨਹੀਂ ਹੈ। ਮੇਰੀ ਹਰ ਗੱਲ ਨੂੰ ਸਮਝਣਾ ਪਲੀਜ਼। ਸਾਡੇ ਕੋਲ ਇਸ ਦਾ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਟੀਚਿੰਗਸ ਨੇ, ਇਹਦੀਆਂ ਜਿਹੜੀਆਂ ਫਿਲੋਸਫੀਆਂ ਨੇ, ਉਹਨੂੰ ਸੰਭਾਲਣ ਲਈ ਸਾਡੇ ਕੋਲ ਬਰਤਨ ਨਹੀਂ ਹੈ। ਔਰ ਅਸੀਂ ਉਹ ਭਾਂਡੇ ਹਾਂ ਜਿਹੜੇ ਭਰੇ ਜਾਣ ਤੋਂ ਪਹਿਲੇ ਡੁੱਲ ਰਹੇ ਹਾਂ। ਨਹੀਂ ਆ ਰਹੀ ਸਮਝ, ਇੱਧਰੋਂ ਸੁਣਦੇ ਹਾਂ, ਇੱਧਰੋਂ ਕੱਢ ਰਹੇ ਹਾਂ। ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਲਾਈਟ ਹਾਊਸ ਆਫ ਹਿਊਮੈਨਿਟੀ ਕਿਹਾ, ਪਰ ਅਸੀਂ ਇਸ ਦੀ ਰੋਸ਼ਨੀ ਤੋਂ ਆਪ ਵੀ ਮਹਿਰੂਮ ਹਾਂ ਅਤੇ ਦੁਨੀਆ ਨੂੰ ਵੀ ਰੋਸ਼ਨ ਕਰਨ ਦੇ ਵਿੱਚ ਕੋਈ ਯੋਗਦਾਨ ਨਹੀਂ ਪਾਇਆ। ਇਹਦੀ ਚਿੰਤਾ ਵੀ ਮੈਂ ਪਹਿਲੇ ਕਰ ਚੁੱਕਿਆ, ਪਹਿਲੇ ਲੈਕਚਰਾਂ ਦੇ ਵਿੱਚ। ਯਾਦ ਰੱਖਣਾ ਕਿ ਇੱਕ ਵਾਰ ਹਨੇਰੇ ਵਿੱਚ ਰਹਿੰਦਿਆਂ ਨੂੰ ਸਦਾ ਲਈ ਹਨੇਰਾ ਚੰਗਾ ਲੱਗਣ ਲੱਗ ਪੈਂਦਾ। ਔਰ ਮੈਨੂੰ ਪਤਾ ਨਹੀਂ ਕਿਉਂ ਲੱਗਦਾ ਕਿ ਸਾਨੂੰ ਹਨੇਰਾ ਚੰਗਾ ਲੱਗ ਰਿਹਾ। ਅਸੀਂ ਉਸ ਹਨੇਰੇ ਦੇ ਵਿੱਚ ਆਪਣੇ ਆਪ ਨੂੰ ਚੜ੍ਹਦੀ ਕਲਾ ਕਹਿ ਕੇ ਖੁਸ਼ ਹੋ ਰਹੇ ਹਾਂ। ਉਹ ਜਿਹੜੀ ਗੱਲ ਕਹੀ ਸੀ ਨਾ, ਬਾਹਿਰ ਦਿਸੇ ਚਾਨਣਾ, ਦਿਲ ਅੰਧਿਆਰੀ ਰਾਤ, ਠੀਕ ਇਸੇ ਸਿਸਟਮ ਦੇ ਵਿੱਚ ਆਪਾਂ ਵਿਚਰ ਰਹੇ ਹਾਂ। ਪਹਿਲੇ ਕਦੀ ਦੀਵੇ ਹੁੰਦੇ ਸਨ, ਮੋਮਬੱਤੀਆਂ ਹੁੰਦੀਆਂ ਸਨ, ਘਰਾਂ ਵਿੱਚ ਲੈਂਪ ਹੁੰਦੇ ਸਨ। ਲੋਕਾਂ ਦੀ ਸ਼ਖਸੀਅਤ ਵੀ ਦੀਵੇ ਵਰਗੀ ਹੁੰਦੀ ਸੀ, ਲੈਂਪ ਵਰਗੀ ਹੁੰਦੀ ਸੀ, ਅਪਦੀਪੋ ਭਰਵਰ ਭਵ ਵਰਗੀ। ਦੀਵੇ ਦੀ ਰੋਸ਼ਨੀ ਵਿੱਚ ਸਾਰੇ ਲੋਕ ਖੂਬਸੂਰਤ ਹੁੰਦੇ ਸਨ, ਸੋਹਣੇ ਹੁੰਦੇ ਸਨ, ਚੰਗੇ ਲੱਗਦੇ ਸਨ, ਕਿਉਂਕਿ ਮਿਲਵਰਤਨ ਸੀ, ਕਿਉਂਕਿ ਇਕਸਾਰਤਾ ਸੀ, ਕਿਉਂਕਿ ਪ੍ਰੇਮ ਪਿਆਰ ਸੀ ਆਪਸ ਵਿੱਚ। ਉਹ ਰੋਸ਼ਨੀ ਵੰਡਦੇ ਵੀ ਸੀ ਆਪਸ ਦੇ ਵਿੱਚ, ਇੱਕ ਦੂਜੇ ਨਾਲ ਆਦਾਨ ਪ੍ਰਦਾਨ ਕਰਦੇ ਸੀ। ਰੋਸ਼ਨੀ, ਗਿਆਨ, ਪ੍ਰੇਮ, ਪਿਆਰ, ਸਹਿਜ, ਏਕਤਾ। ਕਹਾਵਤ ਹੈ ਨਾ ਇੱਕ, ਕਿ ਜਦੋਂ ਧਰਤੀ 'ਤੇ ਪਹਿਲੀ ਵਾਰ ਸੂਰਜ ਡੁੱਬਣ ਲੱਗਾ ਤਾਂ ਉਸਨੇ ਕਿਹਾ ਕਿ ਮੇਰੇ ਜਾਣ ਤੋਂ ਬਾਅਦ ਇੱਥੇ ਸਾਰੀ ਦੁਨੀਆ 'ਚ ਤਾਂ ਹਨੇਰਾ ਹੋ ਜਾਏਗਾ, ਤਾਂ ਮੇਰੀ ਹਾਜ਼ਰੀ ਕੌਣ ਲਾਏਗਾ? ਛੋਟੇ ਜਿਹੇ ਦੀਵੇ ਨੇ ਕਿਹਾ ਸੀ, ਮੈਂ ਲਗਾਵਾਂਗਾ। ਬੜੀ ਨਿਮਰਤਾ ਨਾਲ ਦੀਵੇ ਨੇ ਯਤਨ ਵੀ ਕੀਤਾ, ਦੀਵੇ ਜਲਦੇ ਵੀ ਸੀ,
ਦੀਵਾ ਹਮੇਸ਼ਾ ਜਲਦਾ ਵੀ ਰਿਹਾ, ਪਰ ਸ਼ਾਇਦ ਕਿੱਥੇ ਨਾ ਕਿੱਥੇ ਸਾਡੀ ਨਲਾਇਕੀ ਕਰਕੇ ਉਸ ਰੋਸ਼ਨੀ ਨੂੰ ਨਾਕਾਮ ਬਣਾਉਣ ਦੀ ਵਿੱਚ ਅਸੀਂ ਬਹੁਤ ਵੱਡਾ ਹਿੱਸਾ ਪਾਇਆ। ਆਪਸੀ ਦੇ ਵਿੱਚ ਤਕਸੀਮ ਹੋ ਕੇ, ਆਪਸ ਦੇ ਵਿੱਚ ਨਾ ਇਤਫਾਕੀ ਕਰਕੇ, ਆਪਸ ਦੇ ਵਿੱਚ ਵੈਰ ਵਿਰੋਧ ਕਰਕੇ, ਆਪਸ ਵਿੱਚ ਹੰਕਾਰ ਪਾ ਵੰਡੀਆਂ ਪਾ ਕੇ, ਜ਼ਬਾਨੀ ਤੌਰ 'ਤੇ ਅਸੀਂ ਵੰਡੀਆਂ ਪਾਈਆਂ, ਮਜ਼ਹਬੀ ਤੌਰ 'ਤੇ ਅਸੀਂ ਵੰਡੀਆਂ ਪਾਈਆਂ, ਸੱਭਿਆਚਾਰਕ ਤੌਰ 'ਤੇ ਅਸੀਂ ਵੰਡੀਆਂ ਪਾਈਆਂ, ਕੌਮੀ ਤੌਰ 'ਤੇ, ਸਮਾਜਿਕ ਤੌਰ 'ਤੇ, ਐਂਡ ਅਬਾਵ ਆਲ ਇਨਸਾਨੀ ਤੌਰ 'ਤੇ ਅਸੀਂ ਵੰਡੀਆਂ ਪਾ ਕੇ ਰੱਖੀਆਂ ਹੋਈਆਂ। ਅਸੀਂ ਤਾਂ ਆਪਣੇ ਬੱਚਿਆਂ ਨੂੰ ਭਰਾ ਦੀ ਉન્નਤੀ ਦੇਖ ਕੇ, ਅੱਗੇ ਵਧਦੇ ਵਿਕਾਸ ਨੂੰ ਦੇਖ ਕੇ ਨਹੀਂ ਬਰਦਾਸ਼ਤ ਕਰ ਰਿਹਾ, ਗੁਆਂਢੀ ਨੂੰ ਦੇਖ ਕੇ ਬਰਦਾਸ਼ਤ ਨਹੀਂ ਕਰ ਰਿਹਾ। ਹਾਲਾਤ ਜਿਹੜੇ ਨੇ ਇਹ ਉਹ ਹੋ ਚੁੱਕੇ ਨੇ, ਔਰ ਗੁਰੂ ਗ੍ਰੰਥ ਸਾਹਿਬ ਸਮੁੱਚੀ ਮਨੁੱਖ ਜਾਤੀ ਨੂੰ ਏਕਤਾ ਦੀ ਰਾਹ ਦਿਖਾਉਣ ਵਾਲਾ ਇੱਕ ਐਸਾ ਸਕ੍ਰਿਪਚਰ ਹੈ, ਇੱਕ ਐਸਾ ਗ੍ਰੰਥ ਹੈ। ਤਾਂ ਮਿਸਾਲ ਮੈਂ ਦੇਵਾਂ ਤਾਂ ਭਿੰਨ ਭਿੰਨ ਜਾਤਾਂ ਵਰਨਾਂ ਵਰਗਾਂ ਨਾਲ ਸੰਬੰਧਿਤ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਇਹ ਹੈ ਇਕਸੁਰਤਾ, ਰਿਸਪੈਕਟ ਦੇ ਕੇ ਭਗਤਾਂ ਦੀ ਬਾਣੀ ਨੂੰ ਅਲੱਗ-ਅਲੱਗ ਥਾਵਾਂ 'ਤੇ ਰਹਿਣ ਵਾਲੇ, ਅਲੱਗ-ਅਲੱਗ ਮਜ਼ਹਬਾਂ ਨਾਲ ਸੰਬੰਧਿਤ, ਅਲੱਗ-ਅਲੱਗ ਖਿੱਤਿਆਂ ਦੇ ਵਿੱਚ ਰਹਿਣ ਵਾਲਿਆਂ ਦੀ ਬਾਣੀ ਨੂੰ ਗੁਰੂ ਸਾਹਿਬ ਨੇ ਅਗਰ ਇੱਕ ਥਾਂ 'ਤੇ ਇਕੱਠਾ ਕਰ ਦਿੱਤਾ ਹੈ, ਇਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਪਹਿਲੇ ਤਾਂ ਉਹਨਾਂ ਭਗਤਾਂ ਦੀ ਬਾਣੀ ਨੂੰ ਐਕਸੈਪਟ ਕੀਤਾ, ਫਿਰ ਰਿਸਪੈਕਟ ਦੇ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਪਾਤਾ, ਜਿਹਨੂੰ ਅੱਜ ਪੂਰੀ ਦੁਨੀਆ ਜੋ ਹੈ ਨਰਮਸਤਕ ਹੁੰਦੀ ਹੈ। ਨਾਮਦੇਵ ਦੀ ਮਿਸਾਲ ਤੋਂ ਵੱਡੀ ਖੂਬਸੂਰਤ ਮਿਸਾਲ ਮੈਨੂੰ ਕਿੱਥੋਂ ਨਹੀਂ ਮਿਲੀ। ਕੀ ਕਹਿੰਦੇ ਨੇ, ਇਹ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ। ਹਸਤ ਖਿਲਤ ਤੇਰੇ ਦਿਹਰੇ ਆਇਆ, ਭਗਤੀ ਕਰਤ ਨਾਮਾ ਪਕੜ ਉਠਾਇਆ, ਹੀਨੜੀ ਜਾਤ ਮੇਰੀ ਜਾਦਮ ਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ। ਮੰਦਰ ਵਿੱਚ ਗਿਆ ਨਾਮਦੇਵ, ਛੋਟੀ ਜਾਤ ਦਾ, ਉੱਥੋਂ ਦੇ ਪ੍ਰੀਸਟ ਨੇ ਉਹਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਹੈ, ਅਤੇ ਉਹ ਨਾਮਦੇਵ ਉਸ ਪਰਮਾਤਮਾ ਨੂੰ ਗਿਲਾ ਕਰ ਰਿਹਾ ਹੈ ਕਿ ਤੂੰ ਮੈਨੂੰ ਛੀਪੇ ਕੇ ਜਨਮ ਕਾਹੇ ਕੋ ਆਇਆ, ਤੂੰ ਛੋਟੀ ਜਾਤ ਦੇ ਵਿੱਚ ਮੈਨੂੰ ਕਿਉਂ ਪੈਦਾ ਕੀਤਾ ਕਿ ਮੈਂ ਮੰਦਰ ਵਿੱਚ ਗਿਆ, ਮੈਨੂੰ ਧੱਕੇ ਮਾਰ ਦਿੱਤੇ ਗਏ ਨੇ। ਕਿਆ ਬਾਤ ਹੈ, ਗੁਰੂ ਸਾਹਿਬ ਨੇ ਉਸ ਨਾਮਦੇਵ ਦੇ ਸ਼ਬਦ ਨੂੰ ਐਕਸੈਪਟ ਕਰ ਲਿਆ। ਫਿਰ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਦਰਜ ਕਰਕੇ ਉਹਦੀ ਰਿਸਪੈਕਟ ਕਰ ਦਿੱਤੀ, ਔਰ ਹਮੇਸ਼ਾ ਲਈ ਉਸ ਦੀ ਸ਼ਬਦ ਨੂੰ ਪ੍ਰੋਟੈਕਟ ਕਰ ਦਿੱਤਾ ਹਰਿਮੰਦਰ ਸਾਹਿਬ ਦੇ ਵਿੱਚ। ਇਹ ਹੈ ਇਕਸਾਰਤਾ। ਇਸ ਤੋਂ ਖੂਬਸੂਰਤ ਮਿਸਾਲ ਜਿਹੜੀ ਹੈ ਕਿ ਨਾਮਦੇਵ ਦੀ ਆਇਡੈਂਟੀਟੀ, ਨਾਮਦੇਵ ਦੀ ਪਛਾਣ, ਨਾਮਦੇਵ ਦੀ ਸਪੇਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਕਰ ਦਿੱਤੀ। ਇਸ ਤੋਂ ਖੂਬਸੂਰਤ ਮੈਨੂੰ ਮਿਸਾਲ ਹੋਰ ਲੱਭੀ ਨਹੀਂ। ਇਸੇ ਤਰ੍ਹਾਂ ਵੱਖ-ਵੱਖ ਮਜ਼ਹਬਾਂ, ਵੱਖ-ਵੱਖ ਜਾਤਾਂ ਨਾਲ ਸੰਬੰਧਿਤ, ਵੱਖ-ਵੱਖ ਖਿੱਤਿਆਂ ਦੇ ਭਗਤਾਂ ਦੀ ਬਾਣੀ। ਫਿਰ ਕਿੰਨੀ ਇੱਕ ਖੂਬਸੂਰਤ ਇਕਸੁਰਤਾ ਦੀ ਹੋਰ ਮਿਸਾਲ ਕਿ ਕਿਤਨੀਆਂ ਭਾਸ਼ਾਵਾਂ, ਲੈਂਗੁਏਜਿਸ, ਫਾਰਸੀ, ਅਰਬੀ, ਹਿੰਦੀ, ਸੰਸਕ੍ਰਿਤ, ਬੰਗਾਲੀ, ਮਰਾਠੀ, ਗੁਰਮੁਖੀ, ਇਹ ਸੰਸਕ੍ਰਿਤ, ਇਹ ਸਾਰੀਆਂ ਭਾਸ਼ਾਵਾਂ ਗੁਰੂ ਗ੍ਰੰਥ ਸਾਹਿਬ ਵਿੱਚ ਕਰਕੇ ਦਰਜ ਕਰਕੇ, ਇਹਨਾਂ ਸਾਰੀਆਂ ਭਾਸ਼ਾਵਾਂ, ਇਹਨਾਂ ਦੀਆਂ ਫਿਰ ਉਪ ਭਾਸ਼ਾਵਾਂ ਸਾਰੀਆਂ, ਮੁਲਤਾਨੀ, ਸਾਰੀਆਂ ਪਠਾਰੀ, ਸਾਰੀਆਂ ਭਾਸ਼ਾਵਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਕਰਕੇ ਮੈਸੇਜ ਦੇ ਦਿੱਤਾ ਪੂਰੀ ਦੁਨੀਆ ਨੂੰ ਕਿ ਸਾਨੂੰ ਸਾਰੀਆਂ ਭਾਸ਼ਾਵਾਂ, ਜਿਤਨੀਆਂ ਵੀ ਲੈਂਗੁਏਜਿਸ ਨੇ, ਉਹ ਸਾਰੀਆਂ ਐਕਸੈਪਟ ਨੇ, ਔਰ ਅਸੀਂ ਉਹਦੀ ਰਿਸਪੈਕਟ ਕਰਦੇ ਹਾਂ ਔਰ ਫਿਰ ਪ੍ਰੋਟੈਕਟ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕਰਕੇ। ਇਹ ਸਾਰੀਆਂ ਭਾਸ਼ਾਵਾਂ ਨੂੰ ਕੋਈ ਖਤਮ ਨਹੀਂ ਕਰ ਸਕਦਾ, ਭਾਵੇਂ ਯੂਨੈਸਕੋ ਦੀਆਂ ਰਿਪੋਰਟਾਂ ਆਉਣ ਅਤੇ ਭਾਵੇਂ ਕੋਈ ਰਿਪੋਰਟ ਆਵੇ। ਉਹ ਭਾਸ਼ਾਵਾਂ ਜਦ ਤੱਕ ਇਹ ਸੂਰਜ ਚੰਦ ਹੈ, ਜਦ ਤੱਕ ਗੁਰੂ ਗ੍ਰੰਥ ਸਾਹਿਬ ਹੈ, ਇਹ ਭਾਸ਼ਾਵਾਂ ਪ੍ਰੋਟੈਕਟ ਹੋ ਗਈਆਂ। ਨਾਮਦੇਵ ਪ੍ਰੋਟੈਕਟ ਹੋ ਗਿਆ, ਅਲੱਗ-ਅਲੱਗ ਜਾਤਾਂ ਦੇ, ਅਲੱਗ-ਅਲੱਗ ਧਰਮਾਂ ਦੇ, ਅਲੱਗ-ਅਲੱਗ ਖਿੱਤਿਆਂ ਦੇ ਭਗਤ ਪ੍ਰੋਟੈਕਟ ਹੋ ਗਏ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਕੇ। ਤੋ ਇਹਨਾਂ ਸਾਰੀਆਂ ਲੈਂਗੁਏਜਿਸ ਦੀ ਹੋਂਦ ਸੁਰੱਖਿਅਤ ਕਰ ਦਿੱਤੀ। ਇਸੇ ਤਰ੍ਹਾਂ ਹਰਿਮੰਦਰ ਸਾਹਿਬ ਦਾ ਆਰਕੀਟੈਕਟ, 4 ਦਰਵਾਜ਼ੇ, ਸਰਾਊਂਡਿੰਗ ਜ਼ਮੀਨ ਤੋਂ 10 ਫੁੱਟ ਹੇਠਾਂ, ਚਾਰੋਂ ਤਰਫ ਸਰੋਵਰ ਵਿੱਚ ਹਰੀ ਦਾ ਮੰਦਰ। ਇਹ ਆਰਕੀਟੈਕਚਰ ਵੀ ਜਿਹੜਾ ਹੈ ਇਹ ਐਕਸੈਪਟ, ਰਿਸਪੈਕਟ ਸਾਰੀਆਂ ਜਾਤਾਂ ਨੂੰ, ਸਾਰੀਆਂ ਭਾਸ਼ਾਵਾਂ ਨੂੰ, ਸਾਰੇ ਤਰੀਕੇ ਦੇ ਲੋਕਾਂ ਨੂੰ ਐਕਸੈਪਟ, ਰਿਸਪੈਕਟ ਅਤੇ ਪ੍ਰੋਟੈਕਟ ਦਾ ਇੱਕ ਮਾਡਲ ਜਿਹੜਾ ਉਹ ਦੇ ਦਿੱਤਾ ਹੈ। ਫਿਰ ਵਿਅਕਤੀ ਦੀ, ਮਨੁੱਖ ਦੀ ਗਰਿਮਾ, ਮਨੁੱਖ ਦੀ ਆਜ਼ਾਦੀ, ਮਨੁੱਖ ਪ੍ਰਤੀ ਪ੍ਰੇਮ ਕਾਇਮ ਰਹੇਗਾ ਜੇ ਸਮਾਜ ਵਿੱਚ, ਮੁਲਕ ਵਿੱਚ ਜੇ ਸੁਤੰਤਰ ਚਿੰਤਨ ਹੋਏਗਾ। ਇੱਥੇ ਹੁਣ ਚਿੰਤਨ ਦੀ ਗੱਲ ਕਰ ਦਿੱਤੀ।
ਜ਼ਮੀਨੀ ਹਕੀਕਤ ਕੀ ਹੈ ਅੱਜ ਕਿ ਹਰ ਰਿਸ਼ਤੇ ਵਿੱਚ, ਹਰ ਸੰਬੰਧ ਵਿੱਚ ਪ੍ਰੇਮ ਦੀ ਥਾਂ, ਕਰੁਣਾ ਦੀ ਥਾਂ, ਦਇਆ ਦੀ ਥਾਂ ਕਾਮ ਨੇ ਲੈ ਲਈ। ਇੱਕ ਗੱਲ ਕਹਾਂ, ਅਸੀਂ ਜਦੋਂ ਵੀ ਕਾਮ ਦਾ ਵਰਡ ਸ਼ਬਦ ਆਉਂਦਾ ਨਾ, ਅਸੀਂ ਉਹਨੂੰ ਇੱਕ ਇਮੀਡੀਏਟਲੀ ਸੈਕਸ ਨਾਲ ਲੈ ਲੈਂਦੇ ਹਾਂ। ਪਰ ਕਾਮ ਜਿਹੜਾ ਹੈ, ਇਸ ਤੋਂ ਭਾਵ ਹੈ ਦੂਜੇ ਤੋਂ ਕੁਝ ਪਾਣਾ, ਦੂਜੇ ਤੋਂ ਕੁਝ ਹਸਰਤਾਂ, ਖਵਾਇਸ਼ਾਂ ਰੱਖਣੀਆਂ, ਦੂਜੇ ਤੋਂ ਕੁਝ ਹਾਸਲ ਕਰਨ ਦਾ ਖਿਆਲ ਜਿਹੜਾ, ਇਹਨੂੰ ਕਾਮ ਜਾਂ ਡਿਜ਼ਾਇਰਸ ਕਹਿ ਦਿੰਦੇ ਨੇ, ਵਾਸਨਾ ਜਿਹਨੂੰ ਕਹਿੰਦੇ ਨੇ। ਕਾਮ ਦਾ ਅਰਥ ਹੈ ਦੂਜੇ ਨੂੰ ਸਾਧਨ ਦੀ ਤਰ੍ਹਾਂ ਯੂਜ਼ ਕਰਨਾ, ਉਪਯੋਗ ਕਰਨਾ। ਔਰ ਇਹ ਹੋ ਰਿਹਾ ਹੈ ਸਾਡੇ ਘਰੇਲੂ ਰਿਸ਼ਤਿਆਂ ਵਿੱਚ। ਭਰਾ ਨੂੰ ਯੂਜ਼ ਕਰ ਰਿਹਾ, ਪਤੀ ਪਤਨੀ ਨੂੰ ਯੂਜ਼ ਕਰ ਰਿਹਾ। ਸਾਡੇ ਸਾਰੇ ਰਿਸ਼ਤੇ ਜਿਹੜੇ ਨੇ ਉਹ ਇੱਕ ਦੂਸਰੇ ਨੂੰ ਜੋ ਹੈ ਸਾਧਨ ਦੀ ਤਰ੍ਹਾਂ ਯੂਜ਼ ਹੋ ਰਹੇ ਨੇ। ਪਰਿਵਾਰ ਤੋਂ ਜਦੋਂ ਗੱਲ ਸ਼ੁਰੂ ਹੋ ਜਾਏਗੀ, ਉਹ ਸਮਾਜ ਤੱਕ ਜਾਏਗੀ, ਫਿਰ ਉਹ ਕੌਮਾਂ ਤੱਕ ਜਾਏਗੀ, ਮਜ਼ਹਬਾਂ ਤੱਕ ਜਾਏਗੀ, ਫਿਰ ਪੂਰੇ ਦੇਸ਼ ਤੱਕ ਜਾਏਗੀ। तो हर रिश्ता एक दूसरे के प्रति जोड़ा है यूज़ हो रहा है। रिश्तेदारी, दोस्ती, धर्म, समाज सब दे सब अपने अपने हितां नाल, अपनी अपनी शर्तां नाल निभाए जा रहे हैं। कंप्रोमाइज़ रिलेशन जेडे जितने रिलेशन ने अज कंप्रोमाइज़ रिलेशन हो गए हैं। अज तो वो गल वुमेन एम्पावरमेंट में आई सी ना कि जिन्ने विआह हो रहे हैं ये सारे पैकेज सिस्टम आ गया। पैकेज सिस्टम लैके आया सी कौन? कॉरपोरेट वर्ल्ड। वो असी अपने परिवारों में लै आए। अनजान, अनपढ़, ज्ञानहीन साडी सोसाइटी, असी गुरु ग्रंथ साहब नूं मन्नण वाले, असी वो पैकेज सिस्टम, वो कंप्रोमाइज़ रिलेशन असी अपनी फैमिलीज़ दे विच लै आए, अपनी सोसाइटी विच लै आए, अपने मजहब दे विच लै आए। साइकोलॉजिस्ट और फिलोसफर इनू जिहड़ा मैं कह रहा ना, एक दूसरे नूं यूज़ करना, ਜਿਹੜੇ ਸਾਈਕੋਲੋਜਿਸਟ ਨੇ ਔਰ ਬੜੇ ਫਿਲੋਸਫਰ ਨੇ ਉਹ ਇਹਨੂੰ ਆਈ ਇਟ ਦਾ ਰਿਸ਼ਤਾ ਕਹਿੰਦੇ ਨੇ। ਆਈ ਐਂਡ ਇਟ, ਮਨੁੱਖ ਨੂੰ ਇੱਕ ਆਬਜੈਕਟ ਦੀ ਤਰ੍ਹਾਂ, ਇੱਕ ਵਸਤੂ ਦੀ ਤਰ੍ਹਾਂ ਇਸਤੇਮਾਲ ਕਰਨਾ। ਇਟ ਇਜ਼ ਮਾਈਨ। ਆਮ ਬੰਦਾ ਜਿਹਨੂੰ ਮੈਂ ਕਿਹਾ ਨਾ ਮਰਦਗਰਦੀ, ਇਹ ਮੇਰੀ ਹੈ, ਮਾਈ ਵਾਈਫ, ਮਾਈ ਸਿਸਟਰ, ਮਾਈ ਬ੍ਰਦਰ, ਮਾਈ ਸਨ, ਇਹ ਕੀ ਹੈ? ਕਦੀ ਅਸੀਂ ਨਹੀਂ ਦੇਖਿਆ ਕਿ ਮੇਰੇ ਬੱਚੇ ਦੀ ਵੀ ਜਿਹੜੀ ਹੈ ਆਇਡੈਂਟਿਟੀ ਕੋਈ ਹੈ, मेरी वाइफ की भी आइडेंटिटी है। इस गल नूं बिहाइंड दी लाइन सोचना जो मैं कहना चाह रहा। मनुख हर रिश्ते नूं ऑब्जैक्ट की तरह, वस्तु की तरह जो है उसनूं यूज़ कर रहा है। फॉर ग्रांटेड जिन्हों कहते हैं, ये शोषण है, एक एक्सप्लॉयटेशन है जिहड़ी मैं कही है गल पहले भी। दूसरे नूं इट बनाना, दूसरे नूं अपनी वस्तु या ऑब्जैक्ट समझ के उसनूं बंदा सत्कार ना देना, प्रेम पात्र ना मनना और शक्ति नाल अपने अपनी होंद नाल, अपनी तड़ी नाल अपना बनाना, ये एक्सप्लोटेशन है। ये आइडेंटिटी नूं जो है वायलेट करना है। इनू आसक्तता कहते हैं। आसक्ता गुरबाणी दे विच बड़ा खूबसूरत शब्द है। गुरु अर्जन साहब जी का पेज पन्ना 1303 विच पढ़ना इसनूं। बिखे रस्यों आस्तक मूड़े काहे सुख मान, वट डू यू एक्सपैक्ट फ्राम करप्ट प्लेजर्स। यह जड़ा अपना वस्तु की तरह वरतना, एक करप्ट प्लेजर क्या उन्होंने। यू फूल, वट मेक्स यू थिंक दैट दे विल ब्रिंग यू पीस। जी तुसी अपनी होंद, अपना अपना अपनापन मिला के उसनों अपना समझ रहे हो कि तैनूं इहदे नाल खुशी मिल सकती है आंतरिक? नहीं, ਤੁਹਾਨੂੰ कभी भी अंदर की खुशी नहीं मिल सकती जे बाहर जो सामने तुहाडे खड़ा जे वो अंदरों खुश नहीं है। माइंड इट। अज तुसी अपनी गल मना लोगे, आप खुश हो सकते हो, वो कभी खुश नहीं होएगा जिसनों तुसी जबरदस्ती अपने नाल मिला रहे हो, अपनी गल मनवा रहे हो। प्रेम प्यार नाल गुफ्तगू लई दूसरे की चोन नहीं की जा सकती। जो जिवें है उसनों उवें ही एक्सैप्ट करना पेगा, क्योंकि ये तुसी नहीं बनाया उसनों, ये उस परमात्मा ने बनाया। फुल भांत भांत दे फुल ने, भांत भांत दे रंग ने। डॉक्टर सवराज सिंह एक बड़ी अच्छी मिसाल देंदे ने कि सलाद दे विच तुसी गाजर भी पानी है, प्याज भी, टमाटर भी, मूली भी, सारी गाजर जो अलग अलग तुसी बनाओगे तो उसकी खूबसूरती है। जे इन्हां सारियां नूं मिक्सी विच इनू क्रश करके इकट्ठा कर दोगे, कुछ नहीं आएगा उहदे विच।
हर गाजर की उसकी गाजर ਨੂੰ ਹੋਂਦ ਦਿੱਤੀ ਹੈ, ਮੂਲੀ ਨੂੰ ਮੂਲੀ ਦੀ ਹੋਂਦ ਦਿੱਤੀ ਹੈ, ਤਦ ਉਹ ਸਲਾਦ ਜਿਹੜੀ ਹੈ ਉਹ ਖਾਣਯੋਗ ਹੋ ਜਾਏਗੀ। ਔਰ ਜੇ ਉਸ ਨੂੰ ਸਭ ਨੂੰ ਇਕੱਠਾ ਕਰਸ਼ ਕਰਕੇ ਪਾ ਦਿਓਗੇ ਇੱਕ ਪੇੜਾ ਬਣਾ ਕੇ, ਤੇ ਉਹਨੂੰ ਨਾ ਕੋਈ ਵੇਖ ਕੇ ਰਾਜੀ ਹੋਏਗਾ ਨਾ ਕੋਈ ਖਾਏਗਾ। ਇਹ ਹੈ ਇਕਸਾਰਤਾ ਤੇ ਇਕਸੁਰਤਾ ਦੀ ਜਿਹੜੀ ਮਿਸਾਲ, ਕਿ ਕਰਸ਼ ਕਰੋਗੇ ਤੁਸੀਂ ਇਕਸਾਰਤਾ ਕਰ ਰਹੇ ਹੋ ਉਸ ਨੂੰ। तो ये जी मैं ते तू दी स्पेस कायम रखनी है, इस तरह एक सुरता कायम करनी है, जी रिस्पैक्ट की गल है। गुरबाणी दियाँ लाइनां ने इनू होर चंगी तरह समझाने लई, हो जाए पुछां सुहाग सुहागनी तुसी क्यों फिर पायड़ा मेरा, किवें उस रब नू पाया। जवाब सुनो तुसी, क्या खूबसूरत जवाब है। मैं फिर इत्थे मैं रिपीट करना, हर गल हर गुरबाणी दा बिहाइंड दी लाइन समझना। मैं ऊपर नदर ही करी फिर साचे, मैं छोड़ा मेरा तेरा, मैं मेर तेर छड़ दिती है तां मैनू वो मिलिया। जिस दिन अपने दुनियावी रिश्तियां विच मेर तेर छड्डोगे उस दिन तुहाडा वो बनेगा, फिर तुहानू कहण दी जरूरत नहीं पेगी ये मेरा है, ही इज़ माइन, वो तुहानू कहण दी जरूरत नहीं पेगी, वो है जदों उहनू उहदी पछाण दिओगे। और बुद्धिज़म दे विच महात्मा बुद्ध ने एक बड़ी कमाल की गल लिखी। वो कहता है कि इफ़ वी सी और सैल्व्स इन अदर्स, अगर तुसी दूसरियां विच अपना अक्स देखोगे, अपने आप नू देखोगे, दैन होम कैन वी हर्ट, वट हार्म कैन वी डू, तो तुसी उसनू नुकसान किवें पहुँचाओगे। जे तुसी दूसरे नू दे विच भी समझोगे कि वह मेरे वर्गा है, अपने आप नू देखोगे, तुसी उसनू कदी हर्ट नहीं करोगे, तुसी उस नाल कदी कबोल नहीं बोलोगे। गुरबाणी कह रही है कि इस तरह डील करो अदर्स नू, किसी नू बेगाना नहीं बनाना, किसी नाल वैर नहीं करना। जिहड़ा वो कह रहे ना, बिसर गई सब तात पराई, जब से साथ संगत मुँह पाए, ना को बैरी ना ही बेगाना, सगल संग हमको बनाई। एक सुरता। I have totally forgotten my jealousy of others. I have found universal love. No one is my enemy. No one is my friend. I got along with everyone. इस तो बाद खूबसूरती नाल होर किवें गुरु साहब समझान सानू अपनी वे ऑफ लाइफ, साडी जीवन जाच, साडी अंडरस्टैंडिंग इस तरह बनानी पेगी कि मैनीनैस दे विच वननैस देखो। मैनीनैस विच वननैस देखण दी कला आनी चाहिए तुहाडे विच। देख नहीं चाहते हो, बड़ी सोहनी कोटेशन, ही रियली लिव्स इन हुज लिविंग काउंटलैस पीपल लिव। ਉਹੀ सही मायने विच जिंदगी जींदा है जो अनगिनत लोगों विच विचरदा है अपना बन के। तो जो डाइवर्सिटी है, जो वन सुनत है, उहदे च एकता देखनी, एक सुरता एकता देखनी, उसनू एक्सैप्ट करना है। तो सागे मर चलीए इस तरह का रिलेशन कि जिहदे लिए अपनी जान भी दे दिओ। प्रोटैक्ट द आइडेंटिटी ऑफ अदर्स, यह है ते सागे मर चलीए। दूजे दी दूजता दे विच, अदर दी अदरनैस दे विच सेमनैस क्रिएट करनी एक सुरत है। दूसरे ते दूसरे दी पछाण नाल अपनी पछाण जान पहचान करनी एक सुरत है। मैं वार वार एक सुरता इसलिए समझा रहा कि तुहाडे अंदर तक चली जाए, तुसीं बुंझ लो, उसनू डाइजैसट कर लो, इसनू ब्लड दे विच पाना है, इंजैक्शन लगा लो एक सुरता दे। काश कैप्सूल मिलते, साइंस इन्नी होंदी मैं सारिਆਂ ਨੂੰ ਤੁਹਾਨੂੰ कैप्सूल दिंदा। अज इस दे बिना सर्वाइवल नहीं है सभ्यता दा, साडी सभ्यता दा, साडे मजहब दा, साडी सोसाइटी दा। जे सारे विश्व नू कलावे विच लैना है, अपना बनाना है, तो दूसरे दी होंद नाल, प्रेम नाल, जिहड़ा प्यार है सब तो वड्डा मीडियम है, सब तो वड्डा माध्यम है। जे मनुख अंदर प्रेम होवे, उसनू जगत की कोई चीज़ चंगी जो भैड़ी नहीं लगेगी, सारी चंगी चंगी लगेगी। की कहंदा ना, हम नहीं चंगे बुरा नहीं कोई। तो इसलिए मैनू गुरबाणी की बड़ी गजब की लाइन मिली, तुसी सारे जानते हो। मार्टन लूथर ते दरिदा बड़े वड्डे फिलोसफर होए ने, ये कहंदे ने रशिया दे ने, बड़ी सोचन इस गल नूं समझना। ये कहंदे ने कि
ਅਦਰਸ ਦੂਜੇ ਨਾਲ ਸੰਬੰਧ ਬਣਾਉਣ ਦੀ, ਪ੍ਰੇਮਪੂਰਕ ਸੰਬੰਧ ਬਣਾਉਣ ਦੀ ਵਕਾਲਤ ਕੀਤੀ ਹੈ ਇਹਨਾਂ ਫਿਲੋਸਫਰਸ ਨੇ। ਮਾਰਟਨ ਲੂਥਰ ਨੇ ਵੀ, ਉਹ ਦਰੇਦਾ ਯਹੂਦੀ ਹੈ, ਮਾਰਟਨ ਲੂਥਰ ਕ੍ਰਿਸਚੀਅਨ ਹੈ। ਉਹ ਕਹਿੰਦੇ ਨੇ ਕਿ ਵੈਸਟ ਦੀ ਗੱਲ, ਉਹ ਜਦੋਂ ਯੂਰਪ ਦੀ ਗੱਲ ਕਰਦੇ ਨੇ, ਉਹ ਕਹਿੰਦੇ ਨੇ ਯੂਰਪ ਦੇ ਵਿੱਚ ਇਹ ਜਿਹੜਾ ਪ੍ਰੇਮ ਦਾ ਸੰਕਲਪ ਹੈ, ਪਿਆਰ ਦਾ ਸੰਕਲਪ ਹੈ, ਇਹ ਹੈ ਹੀ ਨਹੀਂ। ਇਸੇ ਲਈ ਕਹਿੰਦਾ ਇੱਕ ਫਰਾਇਡ, ਜਿਹੜਾ ਬੜਾ ਵੱਡਾ ਸਾਈਕੋਲੋਜਿਸਟ ਹੋਇਆ, ਉਹ ਕਹਿੰਦਾ ਕਿ ਸਾਰੀ ਪੱਛਮੀ ਸਭਿਅਤਾ ਇਹ ਪ੍ਰੇਮਾਤਮਕ ਊਰਜਾ ਜਿਹੜੀ ਹੈ ਉਹਦੇ ਤੋਂ ਟੁੱਟ ਚੁੱਕੀ ਹੈ। ਇਸ ਲਈ ਪੱਛਮ ਜਿਹੜਾ ਹੈ ਇੱਕ ਸੁਰਤਾ ਦੀ ਗੱਲ ਨਹੀਂ ਕਰ ਰਿਹਾ, ਵੈਸਟ ਇੱਕ ਸਾਰਤਾ ਦੀ ਗੱਲ ਕਰ ਰਿਹਾ। 35 ਮੁਲਕ ਨੇ ਇਕੱਠੇ ਹੋ ਗਏ, ਆਪਣੇ ਆਪਣੇ ਕਲਚਰ, ਆਪਣੀਆਂ ਭਾਸ਼ਾਵਾਂ ਨੂੰ ਇੱਕ ਪਾਸੇ ਰੱਖ ਕੇ, ਉੱਥੇ ਇਕਸਾਰਤਾ ਚੱਲ ਰਹੀ ਹੈ। ਇਹ ਕਾਰਪੋਰੇਟ ਵਰਡ ਇਕਸਾਰਤਾ ਲਿਆ ਰਿਹਾ ਹੈ। ਪਰ ਗੁਰੂ ਗ੍ਰੰਥ ਸਾਹਿਬ ਜਿਹੜੀ ਹੈ ਉਹ ਇੱਕ ਸੁਰਤਾ ਦੀ ਗੱਲ ਕਰਦਾ ਹੈ। ਮਿਸਾਲ ਲਓਗੇ, ਜਿਸ ਪਿਆਰੇ ਸਿਓ ਨੇ ਤੇ ਸਾਗੇ ਮਰ ਚੱਲੀਏ, ਦ੍ਰਿਗ ਜੀਵਨ ਸੰਸਾਰ ਤਾਕੇ ਪਾਛੇ ਜੀਵਨਾ। ਜਿਹਨੂੰ ਫਿਰ ਆਪਣਾ ਬਣਾ ਲਿਆ, ਜਿਹਨੂੰ ਆਪਣਾ ਸਮਝ ਲਿਆ, ਤੇਰ ਮੇਰ ਛੱਡ ਦਿੱਤਾ, ਫਿਰ ਇਸ ਖੂਬਸੂਰਤ ਇਸ਼ਾਰੇ ਨੂੰ ਸਮਝੀਏ ਕਿ ਰਿਸ਼ਤੇ ਪ੍ਰਤੀ ਜਿਹੜੀ ਜ਼ਿੰਮੇਵਾਰੀ ਹੈ ਉਸ ਦੀ ਇੰਤਹਾ ਹੈ ਕਿ ਜਿਸ ਪਿਆਰੇ ਸੇ ਨਿਓ ਤੇ ਸਾਗੇ ਮਰ ਚੱਲੀਏ। ਉਸ ਦੂਜੇ ਨੂੰ ਆਪਣਾ ਮੰਨਣਾ, ਉਸ ਦੀ ਰੋਸ਼ਨੀ ਦਾ, ਉਸ ਦੀ ਰੋਸ਼ਨੀ ਨੂੰ ਆਪਣੀ ਰੋਸ਼ਨੀ ਮੰਨਣਾ, ਤੇ ਫਿਰ ਉਸ ਲਈ ਤੇ ਸਾਗੇ ਮਰ ਚੱਲੀਏ ਵਾਲੀ ਗੱਲ ਕਿ ਜਿੱਥੇ ਅਗਰ ਕੋਈ ਪ੍ਰੋਬਲਮ ਆ ਗਈ ਤੇ ਫਿਰ ਆਪਣੀ ਜਾਨਾਂ ਵੀ ਦੇ ਦੇਣੀਆਂ। ਹਰ ਵਿਅਕਤੀ ਜੀਵ ਤੋਂ ਲੈ ਕੇ ਪਰਮਾਤਮਾ ਤੱਕ ਫੈਲਿਆ ਹੋਇਆ ਹੈ, ਔਰ ਦੂਜੇ ਦੀ ਜਿਹੜੀ ਅਦਰਸ ਤੋਂ ਪ੍ਰੇਰਿਤ ਹੋਣਾ ਹੈ ਆਪਾਂ। ਜੋ ਹੈ ਉਹ ਤੁਸੀਂ ਹੋ, ਜੋ ਉਹ ਹੈ ਉਹ ਹੈ। ਫਿਰ ਵੀ ਆਪਸ ਦੇ ਵਿੱਚ ਜੋ ਹੈ ਇਹ ਦੱਸਣਾ, ਇਹ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਹੈ। ਗੱਲ ਸਿਧਾਂਤ ਤੇ ਅਮਲ ਦੀ ਹੋ ਰਹੀ ਸੀ, ਤਾਂ ਗੁਰੂ ਗ੍ਰੰਥ ਸਾਹਿਬ ਸਿਰਫ ਸਿਧਾਂਤ ਦੀ ਗੱਲ ਨਹੀਂ ਕਰ ਰਿਹਾ, ਅਮਲ ਦੀ ਗੱਲ ਕਰ ਰਿਹਾ, ਪ੍ਰੈਕਟਿਸ ਦੀ ਵੀ ਗੱਲ ਕਰ ਰਿਹਾ। ਔਰ ਮੈਂ ਵਾਰ-ਵਾਰ ਜੋ ਕਹਿਣਾ ਕਿ ਗੁਰੂ ਗ੍ਰੰਥ ਸਾਹਿਬ ਜਾਂ ਗੁਰੂ ਨਾਨਕ ਦੀ ਸਾਰੀ ਫਿਲੋਸਫੀ ਅਮਲ ਹੈ, ਪ੍ਰੈਕਟਿਸ ਹੈ। ਹੁਣੇ ਵੀ ਇੱਕ ਵੀਰ ਜੀ ਮੇਰੇ ਤੋਂ ਗੱਲ ਪੁੱਛ ਰਹੇ ਸੀ ਕਿ ਮੈਂ ਨਿਤਨੇਮ ਵੀ ਕਰਦਾ ਅਤੇ ਗੁਰਬਾਣੀ ਵੀ ਪੜ੍ਹਦਾ, ਇਹਦੇ ਵਿੱਚ ਕੀ ਫ਼ਰਕ ਹੈ? ਮੈਂ ਕਿਹਾ ਬਈ ਨਿਤਨੇਮ ਕਰਨਾ ਪਰਮਾਤਮਾ ਦਾ ਅਹਿਸਾਸ ਆਪਣੇ ਅੰਦਰ ਲਿਆਉਣਾ ਹੈ। ਗੁਰਬਾਣੀ ਇਜ਼ ਵੇ ਆਫ ਲਾਈਫ, ਆਪਣੇ ਬਿਹੇਵੀਅਰ ਵਿੱਚ ਵੀ ਲਿਆਉਣਾ ਹੈ। ਅਤੇ ਨਿਤਨੇਮ ਦਾ ਸਹੀ ਮਾਇਨੇ ਦੇ ਵਿੱਚ ਜੇ ਕੋਈ ਪਰਪਸ ਹੈ ਤਾਂ ਉਹ ਹੈ ਕਿ ਆਪਣਾ ਬਿਹੇਵੀਅਰ ਜੋ ਹੈ ਉਹ ਗੁਰਬਾਣੀ ਅਨੁਸਾਰ ਕਰਨਾ। ਅਦਰਨੈਸ ਦੇ ਵਿੱਚ ਕੁਝ ਗੁਣ ਹਨ, ਵਡਿਆਈਆਂ ਹਨ, ਉਹਨਾਂ ਦੇ ਵਿੱਚ ਇੱਕ ਸੁਰਤਾ ਲਿਆਉਣੀ ਜਿਹੜੀ ਬੜੀ ਜ਼ਰੂਰੀ ਹੈ। ਔਰ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਪੂਰੀ ਫਿਲੋਸਫੀ ਹੈ ਉਹ ਮਨੁੱਖ ਦੀ ਹੋਂਦ ਨੂੰ ਐਕਸੈਪਟ ਕਰ ਰਹੀ ਹੈ। ਔਰ ਇੱਕ ਜਿਹੜਾ ਨਾ ਗੁਰਬਾਣੀ ਦਾ ਇੱਕ ਸ਼ਬਦ, ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਹੁਣ ਅਗਲੀ ਲਾਈਨ ਵੱਲ ਧਿਆਨ ਦੇਣਾ, ਅੰਨ ਪਾਣੀ ਮੁੱਚ ਉਪਾਏ ਦੁੱਖ ਦਾਲਦ ਬੰਨ ਤਰ। ਇਨ ਯੂਰ ਮਰਸੀ ਯੂ ਕੇਅਰ ਫਾਰ ਆਲ ਬੀਇੰਗਸ ਐਂਡ ਕ੍ਰੀਏਚਰਸ। ਸਭ ਦੀ ਸੰਭਾਲ ਕਰ ਰਿਹਾ ਪਰਮਾਤਮਾ। ਫਿਰ ਕੀ ਕਹਿੰਦੇ ਨੇ? ਪਰਮਾਤਮਾ ਨੂੰ ਮੁਖਾਤਿਬ ਹੋਏ ਹੋਏ ਪਰਮਾਤਮਾ ਨੂੰ ਕਹਿੰਦੇ ਨੇ ਕਿ ਯੂ ਪ੍ਰੋਡਿਊਸ ਕੋਰਨ। ਕੋਰਨ ਮਤਲਬ ਅੰਨ, ਅਨਾਜ, ਐਂਡ ਵਾਟਰ ਇਨ ਐਬੂਡੈਂਸ। ਬੜਾ ਕਿੰਨਾ ਹੀ ਪਾਣੀ ਕੀਤਾ। ਪਾਣੀ ਮਨੁੱਖ ਦੀ ਲੋੜ ਹੈ, ਪਾਣੀ ਮਨੁੱਖ ਦੀ ਜ਼ਿੰਦਗੀ ਹੈ। ਯੂ ਐਲੀਮੀਨੇਟਿਡ ਪੇਨ ਐਂਡ ਪਾਵਰ ਐਂਡ ਕੈਰੀ ਆਲ ਬੀਇੰਗ ਅਕਰੋਸ। ਤੂੰ ਸਾਰਿਆਂ ਦੇ ਦੁੱਖਾਂ ਨੂੰ ਦੂਰ ਕਰਦਾ ਹੈ। ਕਿਸੇ ਅਲੱਗ ਜਾਤ ਦੀ ਗੱਲ ਨਹੀਂ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਕਿਸੇ ਅਲੱਗ ਵਰਨ ਦੀ, ਕਿਸੇ ਅਲੱਗ ਮਨੁੱਖ ਦੀ ਨਹੀਂ ਗੱਲ, ਹੋਲ ਕ੍ਰੀਏਚਰਸ, ਹੋਰ ਲਿਵਿੰਗ ਬੀਇੰਗ ਦੀ ਗੱਲ। ਸਭ ਲਈ ਜੋ ਕੁਝ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਦੇ ਰੱਬ ਨੇ, ਉਹ ਸਭ ਲਈ ਕੀਤਾ, ਆਲ ਬੀਇੰਗਸ ਲਈ ਕੀਤਾ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾਧਾਰ, ਜਿਤ ਦੁਆਰੇ ਉਭਰੇ ਤਿੱਤੇ ਲੈ ਆਏ। ਸੜ ਰਹੇ ਸੰਸਾਰ ਨੂੰ ਆਪਣੀ ਮਿਹਰ ਕਰ ਤੇ ਇਸ ਨੂੰ ਬਚਾ। ਪੂਰੀ ਮਨੁੱਖਤਾ ਨੂੰ ਬਚਾਉਣਾ ਹੈ। ਗੁਰੂ ਗ੍ਰੰਥ ਸਾਹਿਬ ਨੇ ਨਹੀਂ ਕਿਹਾ ਮੈਨੂੰ ਮੰਨਣ ਵਾਲਿਆਂ ਨੂੰ ਬਚਾਉਣਾ ਹੈ, ਪੂਰੀ ਮਨੁੱਖਤਾ ਨੂੰ ਬਚਾਉਣਾ ਹੈ। ਐਸੇ ਸਮਾਜ ਦੀ ਸਿਰਜਣਾ ਜਿੱਥੇ ਸਭ ਦੀ ਆਪਣੀ ਹੋਂਦ ਹੋਵੇ, ਕਿਸੇ ਕਿਸਮ ਦਾ ਕਦੇ ਕੋਈ ਭੇਦਭਾਵ ਨਾ ਹੋਵੇ, ਕੋਈ ਕਿਸੇ ਨਾਲ ਕਿੱਥੇ ਵੀ ਕਿਸੇ ਨਾਲ ਵੀ ਕੋਈ ਭੇਦਭਾਵ ਨਾ ਕਰੇ। ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਮੈਂ ਕਹਿੰਦਾ ਕਿ ਇਟ ਬਿਲੋਂਗਸ ਟੂ ਹੋਲ ਹਿਊਮੈਨਿਟੀ, ਤਾਂ ਦੇਖੋ ਗੁਰੂ ਗ੍ਰੰਥ ਸਾਹਿਬ ਉਹਨਾਂ ਖਿਲਾਫ ਵੀ ਬੋਲਿਆ। ਜੇ ਕਿਸੇ ਰਾਜੇ ਨੇ ਕੋਈ ਗਲਤ ਗੱਲ ਕੀਤੀ ਤਾਂ ਗੁਰੂ ਗ੍ਰੰਥ ਸਾਹਿਬ ਬੋਲਿਆ ਰਾਜੇਸ਼ੀ ਮੁਕੱਦਮ ਕੁੱਤੇ। ਪੋਲੀਟੀਕਲ ਭੇਦਭਾਵ ਹੋਇਆ
तो ਉਹਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਨੇ ਦਖਲ ਦਿੱਤਾ ਹੈ। ਜਾਏ ਜਗਾਨ ਬੈਠੇ ਸੁੱਤੇ। ਜੇ ਕੋਈ ਧਾਰਮਿਕ ਭੇਦਭਾਵ ਕਿੱਥੇ ਹੋਇਆ ਤਾਂ ਸਰਮ ਧਰਮ ਦੋਏ ਛੱਪ ਖਲੋਤੇ, ਕੂੜ ਫਿਰੇ ਪ੍ਰਧਾਨ ਵੇ ਲਾਲੋ। ਜੇ ਕਿੱਥੇ ਸਮਾਜਿਕ ਭੇਦਭਾਵ ਹੋਇਆ ਉੱਥੇ ਕਿਹਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਇਸ ਤਰ੍ਹਾਂ ਸਮੇਂ ਦੇ ਹਨੇਰੇ ਜਦੋਂ ਵੀ ਹਨੇਰਾ ਮਨੁੱਖਤਾ ਵਿੱਚ ਆਇਆ ਤਾਂ ਗੁਰੂ ਗ੍ਰੰਥ ਸਾਹਿਬ ਨੇ ਜਿਹੜੀ ਹੈ ਡਾਇਵਰਸਿਟੀ ਦੀ ਗੱਲ ਕੀਤੀ ਹੈ, ਔਰ ਉਸ ਨੂੰ ਏਕ ਹੈ ਅਨੇਕ ਦੀ ਗੱਲ, ਜਿਹੜੀ ਅਨੇਕ ਹੈ ਫਿਰ ਏਕ ਹੈ ਦੀ ਗੱਲ ਕੀਤੀ। ਦੂਸਰੇ ਦੀ ਹੋਂਦ ਨੂੰ ਜੋ ਹੈ ਉਸਨੇ ਜੋ ਹੈ ਪ੍ਰੋਟੈਕਟ ਕੀਤਾ। ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਕਨਸੈਪਟ ਆਉਂਦਾ ਹੈ ਜਿਸ ਨੂੰ ਬੇਗਮਪੁਰਾ ਸ਼ਹਿਰ ਕਿਹਾ ਗਿਆ, ਜਿੱਥੇ ਕੋਈ ਗਮ ਨਹੀਂ। ਉਹ ਮੈਂ ਜ਼ਰੂਰ ਉੱਥੇ ਥੋੜ੍ਹਾ ਜਿਹਾ ਦੱਸਣਾ ਚਾਹਾਂਗਾ ਕਿ ਇੱਕ ਐਸਾ ਸ਼ਹਿਰ ਵਸਾਉਣ ਦੀ ਜਿੱਥੇ ਸਭ ਬਰਾ ਹੋਣ, ਜਿੱਥੇ ਸਾਰੇ ਜਿਹੜੇ ਅਪਰਾਧ ਰਹਿਤ ਹੋਵੇ, ਉੱਥੇ ਕੋਈ ਅਪਰਾਧ ਨਾ ਹੋਵੇ, ਜਿੱਥੇ ਪ੍ਰੇਮ ਭਾਵ ਹੋਵੇ, ਜਿੱਥੇ ਬਿਨ ਭੇਦਤਾ ਨਾ ਹੋਵੇ, ਜਿੱਥੇ ਕੋਈ ਵਿਤਕਰਾ ਨਾ ਹੋਵੇ। ਤਾਂ ਗੁਰਬਾਣੀ ਵਿੱਚ ਅਜਿਹੇ ਸ਼ਹਿਰ ਦੀ ਕਲਪਨਾ ਕੀਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਪੂਰੇ ਵਰਲਡ ਲਈ ਕਹਿ ਰਹੇ ਨੇ, ਪੂਰੀ ਯੂਨੀਵਰਸ ਨੂੰ ਕਹਿ ਰਹੇ ਨੇ, ਲੇਕਿਨ ਤੁਹਾਨੂੰ ਸਮਝਾਉਣ ਲਈ ਇੱਕ ਸ਼ਹਿਰ ਦੀ ਗੱਲ ਕੀਤੀ ਹੈ ਕਿ ਬੇਗਮਪੁਰਾ ਸ਼ਹਿਰ। ਉਹ ਕਹਿੰਦੇ ਨੇ ਬੇਗਮਪੁਰਾ ਸ਼ਹਿਰ ਕੋ ਨਾਓ ਦੁੱਖ ਅੰਧੇ ਨਹੀਂ ਤੇ ਠਾਓ, ਦੇਰ ਇਜ਼ ਨੋ ਸਫਰਿੰਗ। ਐਸਾ ਸ਼ਹਿਰ ਹੋਵੇ ਜਿਹਦੇ 'ਚ ਕੋਈ ਸਫਰਿੰਗ ਨਾ ਹੋਵੇ। ਇਹ ਪੂਰੀ, ਫਿਰ ਮੈਂ ਕਹਿ ਰਿਹਾ, ਪੂਰੀ ਯੂਨੀਵਰਸ ਦੀ ਗੱਲ ਕਰ ਰਹੇ ਨੇ। ਫਿਰ ਕਹਿੰਦੇ ਨੇ ਖੌਫ ਨਾ ਖਤਰਾ ਨਾ ਤਰਸ ਜਵਾਲ, ਦੇਰ ਇਜ਼ ਨੋ ਫੀਅਰ ਨੋ ਡਾਊਨਫਾਲ। ਐਸੇ ਸ਼ਹਿਰ ਦੀ ਉਹ ਕਲਪਨਾ ਕਰ ਰਹੇ ਨੇ। ਉਹਾਂ ਖੈਰ ਸਦਾ ਮੇਰੇ ਭਾਈ, ਦੇਰ ਇਜ਼ ਲਾਸਟਿੰਗ ਪੀਸ ਸੇਫਟੀ, ਜਿੱਥੇ ਪੀਸ ਵੀ ਹੋਏਗੀ ਸੇਫਟੀ ਵੀ ਹੋਏਗੀ। ਫਿਰ ਅੱਗੇ ਕਹਿ ਰਹੇ ਨੇ ਦੋਮ ਨਾ ਸੇਮ 100 ਆਹੀ, ਦੇਰ ਇਜ਼ ਨੋ ਸੈਕਿੰਡ ਔਰ ਥਰਡ ਸਟੇਟਸ, ਸਾਰੇ ਇੱਕੋ ਜਿਹੇ। ਇਹ ਨਹੀਂ ਇਹ ਪਹਿਲੇ ਨੰਬਰ ਦਾ ਸ਼ਹਿਰੀ ਹੈ, ਦੂਜੇ ਨੰਬਰ ਦਾ ਸ਼ਹਿਰੀ ਹੈ, ਨੋ, ਕੋਈ 1 2 3 ਨਹੀਂ, ਮੈਰਿਟ ਲਿਸਟ ਨਹੀਂ ਹੈ, ਸਭ ਇੱਕੋ ਜਿਹੇ, ਆਲ ਆਰ ਇਕੁਅਲ। ਫਿਰ ਅਖੀਰ ਵਿੱਚ ਕੀ ਕਹਿੰਦੇ ਨੇ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਕਮਾਲ ਕਰ ਦਿੱਤੀ ਕਿ ਹੂਜ਼ ਐਵਰ ਇਜ਼ ਅ ਸਿਟੀਜ਼ਨ ਦੇਰ ਇਜ਼ ਅ ਫਰੈਂਡ ਆਫ ਮਾਈਨ। ਜਿਹੜਾ ਵੀ ਇਸ ਸ਼ਹਿਰ ਦਾ, ਜਿਹੜਾ ਵੀ ਇਸ ਯੂਨੀਵਰਸ ਦਾ ਰਹਿਣ ਵਾਲਾ ਹੈ, ਉਹ ਮੇਰਾ ਦੋਸਤ ਹੈ, ਉਹ ਮੇਰਾ ਹੈ, ਕੋਈ ਬੇਗਾਨਾ ਨਹੀਂ ਹੈ। ਕਿਤਨੀ ਵਧੀਆ ਜੋ ਹੈ ਇਹ ਫਿਲੋਸਫੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਦਿੱਤੀ ਗਈ। ਵੇਅਰ ਦੇਰ ਇਜ਼ ਸੈਂਸ ਆਫ ਵਨਨੈਸ ਦੇਰ ਇਜ਼ ਲਵ, ਐਂਡ ਵੈਨ ਦੇਰ ਇਜ਼ ਲਵ ਦੇਰ ਇਜ਼ ਅ ਡਿਜ਼ਾਇਰ ਟੂ ਸਰਵ। ਜਿੱਥੇ ਪ੍ਰੇਮ ਪਿਆਰ ਹੋਏਗਾ ਫਿਰ ਇੱਕ ਦੂਜੇ ਦੀ ਸੇਵਾ ਕਰਨ ਦਾ ਅੰਦਰੋਂ ਚਾਅ ਆਏਗਾ। ਮੈਂ ਤੁਹਾਨੂੰ ਸਮਝਾਉਣ ਲਈ ਹੋਰ ਗੱਲ ਕਰਾਂ ਕਿ ਸਾਡੀ ਬੋਡੀ ਹੈ, ਇੱਕ ਵਨ ਹੈ, ਪਰ ਇਹਦੇ 'ਚ ਮੈਨੀਨੈਸ ਹੈ। ਅੱਖਾਂ ਨੇ, ਉਂਗਲਾਂ ਨੇ, ਹੱਥ ਹੈ, ਪੈਰ ਹੈ, ਕੰਨ ਨੇ, ਨੱਕ ਹੈ। ਜੇ ਕਿਸੇ ਬਾਈ ਚਾਂਸ ਬੜੀ ਵਾਰ ਹੱਥ ਨਾਲ ਤੁਹਾਡੀ ਅੱਖ ਹਰਟ ਹੋ ਜਾਏ, ਅੱਖ ਦੇ ਉੱਤੇ ਚੋਟ ਆ ਜਾਏ, ਤੁਹਾਡਾ ਹੀ ਹੱਥ ਲੱਗਿਆ, ਕੀ ਤੁਸੀਂ ਆਪਣੇ ਹੱਥ ਨੂੰ ਸਜ਼ਾ ਦਿਓਗੇ? ਜਿਵੇਂ ਦੂਸਰੇ ਨੂੰ ਮਾਰ ਮੁਕਾਉਣ ਦੀ ਗੱਲ ਕਰਦੇ ਹੋ, ਕਿ ਹੱਥ ਨੂੰ ਵੀ ਤੁਸੀਂ ਖਤਮ ਕਰਨ ਦੀ ਗੱਲ ਕਰੋਗੇ? ਦੰਦਾਂ ਹੇਠਾਂ ਜਿਬ ਆਮ ਆ ਜਾਂਦੀ ਹੈ। ਕਦੀ ਸੋਚਿਆ ਹੈ ਦੰਦ ਤੋੜ ਦਈਏ ਕਿ ਜਿਬ ਨੂੰ ਹਰਟ ਕਰ ਰਹੀ ਹੈ? ਇਹ ਇੱਕ ਵੱਡੀ ਮਿਸਾਲ ਹੈ ਕਿ ਮੈਨੀਨੈਸ ਦੇ ਵਿੱਚ ਵਨਨੈਸ। ਇਸੇ ਤਰ੍ਹਾਂ ਸੋਚੋ ਕਿ ਜੇ ਪੂਰਾ ਰੱਬ ਇੱਕ ਬੋਡੀ ਹੈ ਔਰ ਅਸੀਂ ਸਾਰੇ ਉਹਦੇ ਅੰਗ ਹਾਂ, ਕੋਈ ਅੱਖਾਂ ਵਿੱਚ ਹੈ, ਕੋਈ ਕੰਨ ਵਿੱਚ ਹੈ, ਕੋਈ ਨੱਕ ਵਿੱਚ ਹੈ, ਕੋਈ ਹੱਥਾਂ ਵਿੱਚ ਹੈ, ਅਤੇ ਜੇ ਜਿਸ ਤਰ੍ਹਾਂ ਬੋਡੀ ਦਾ ਅੰਗ ਦੂਸਰੇ ਨੂੰ ਹਰਟ ਕਰਦਾ ਹੈ, ਜੇ ਅਸੀਂ ਇੱਕ ਦੂਸਰੇ ਨੂੰ ਹਰਟ ਕਰੀਏ, ਕਿ ਰੱਬ ਵੀ ਇਸ ਤਰ੍ਹਾਂ ਕਰੇ ਕਿ ਜਿਸਨੇ ਜਿਸ ਨੂੰ ਹਰਟ ਕੀਤਾ ਉਹਨੂੰ ਸਜ਼ਾ ਦੇ ਕੇ ਔਰ ਉਸ ਨੂੰ ਬਿਲਕੁਲ ਐਲੀਮੀਨੇਟ ਕਰ ਦੇਵੇ? ਨਹੀਂ। ਇਹ ਛੋਟੀਆਂ ਛੋਟੀਆਂ ਮਿਸਾਲਾਂ ਨੂੰ ਅਸੀਂ ਸਮਝੀਏ ਕਿ ਗੁਰੂ ਨਾਨਕ ਦੇਵ ਜੀ ਨੇ ਇੱਕ ਓਂਕਾਰ ਦਾ ਕੰਸੈਪਟ ਦੇ ਕੇ ਵਨਨੈਸ ਦਾ ਸੁਨੇਹਾ ਦਿੱਤਾ ਹੈ। ਅੱਜ ਲੋੜਵੰਦਾਂ ਨੂੰ ਔਰ ਜ਼ਰੂਰਤਮੰਦਾਂ ਨੂੰ ਇਸ ਲਈ ਕੁਛ ਨਹੀਂ ਮਿਲ ਰਿਹਾ ਕਿਉਂਕਿ ਵਨਨੈਸ ਦੀ ਭਾਵਨਾ ਨਹੀਂ ਹੈ। ਅਸੀਂ ਉਸ ਨੂੰ ਆਪਣਾ ਸਮਝਦੇ ਨਹੀਂ ਹਾਂ। ਕਿਤਨੇ ਭੁੱਖੇ ਸੋ ਰਹੇ ਨੇ। ਮਿਸਾਲ ਦਿੱਤੀ ਸੀ ਤੁਹਾਨੂੰ ਸਪੇਸ ਫਾਰ ਆਲ ਦੀ। ਕਿਤਨੇ ਬੱਚੇ ਆਉਂਦੇ ਨੇ, ਕਹਿੰਦੇ ਸਾਡੇ ਘਰ 2-2 ਦਿਨ ਚੁੱਲ੍ਹਾ ਨਹੀਂ ਜਲਦਾ, ਮਦਦ ਨਹੀਂ ਹੈ। ਤੇ ਜੇ ਵਨਨੈਸ ਦੀ ਜਿਸ ਦਿਨ ਭਾਵਨਾ ਆ ਗਈ ਸਾਡੇ ਵਿੱਚ, ਜਿਸ ਦਿਨ ਅਸੀਂ ਏਕ ਓਂਕਾਰ ਨੂੰ ਆਪਣੇ ਅੰਦਰ ਵਸਾ ਲਿਆ, ਜਿਸ ਦਿਨ ਏਕ ਓਂਕਾਰ ਨੂੰ ਸਮਝ ਗਏ, ਫਿਰ ਕੋਈ ਭੁੱਖਾ ਥੋੜ੍ਹਾ ਸੋਏਗਾ। ਫਿਰ ਕੋਈ ਜਸਟਿਸ ਜਿਹਨੂੰ ਨਹੀਂ ਮਿਲੇਗੀ ਉਹਨੂੰ ਜਸਟਿਸ ਅਸੀਂ ਦਿਲਾਵਾਂਗੇ। ਤਾਂ ਗੁਰੂ ਸਾਹਿਬ ਦਾ ਵਿਜ਼ਨ ਜਿਹੜਾ ਹੈ ਪੂਰੀ ਮਨੁੱਖਤਾ ਲਈ ਹੈ, ਪੂਰੀ ਕਾਇਨਾਤ ਲਈ ਹੈ। ਔਰ ਗੁਰੂ ਅਰਜਨ ਸਾਹਿਬ ਨੇ ਜਿਹੜਾ
ਸੁਖਮਨੀ ਸਾਹਿਬ ਦੀ ਹੁਣੇ ਗੱਲ ਕੀਤੀ ਹੈ, ਉਹਦੇ 'ਚ ਅਨੇਕਤਾ ਵਿੱਚ ਏਕਤਾ ਦੀ। ਨਾਨਾ ਰੂਪ ਨਾਨਾ ਜਾ ਕੇ ਰੰਗ, ਮੈਨੀ ਆਰ ਹਿਜ਼ ਫਾਰਮ ਮੈਨੀ ਆਰ ਹਿਜ਼ ਕਲਰਸ, ਨਾਨਾ ਭੇਕ ਕਰੇ ਇੱਕ ਰੰਗ, ਮੈਨੀ ਆਰ ਦ ਅਪੀਅਰੈਂਸਿਸ ਵਿਚ ਹੀ ਅਜ਼ਿਊਮਸ ਯੈਟ ਹੀ ਸਟਿਲ ਵਨ। ਔਰ ਅਖੀਰ ਵਿੱਚ ਕੀ ਕਹਿ ਰਹੇ ਨੇ? ਸਭ ਘਟ ਤਿਸਕੇ ਸਭ ਤਿਸਕੇ ਠਾਓ, ਆਲ ਹਰਟਸ ਆਰ ਹਿਜ਼ ਐਂਡ ਆਲ ਪਲੇਸਿਸ ਆਰ ਹਿਜ਼। ਸਭ ਕੁਛ ਉਸਦਾ ਹੈ। ਘਟ ਘਟ ਦੇ ਵਿੱਚ, ਸਰੀਰ ਸਰੀਰ ਦੇ ਵਿੱਚ, ਬੰਦੇ ਬੰਦੇ ਵਿੱਚ ਉਹ ਰੱਬ ਵਸਦਾ ਹੈ। ਦੂਸਰੇ ਦੇ ਕੰਮ ਆਉਣਾ, ਦੂਜੇ ਦੇ ਪ੍ਰਤੀ ਪਿਆਰ ਪ੍ਰਗਟਾਉਣਾ, ਉਹਨਾਂ ਦੀ ਹੋਂਦ ਨੂੰ ਐਕਸੈਪਟ ਕਰਨਾ। ਭੁੱਖੇ ਨੂੰ ਰੋਟੀ ਖਵਾ ਦਿਓਗੇ, ਤੁਸੀਂ ਐਕਸੈਪਟ ਕਰ ਲਿਆ ਕਿ ਉਹ ਵੀ ਇੱਕ ਇਨਸਾਨ ਹੈ। ਕਿਸੇ ਦੀ ਸਮੱਸਿਆ ਨੂੰ ਧਿਆਨ ਨਾਲ ਸੁਣ ਲੈਣਾ, ਜਿਹਨੂੰ ਕਹਿੰਦੇ ਨੇ ਸਹਿਰਦੇ, ਇਹ ਹੈ ਉਸ ਦੀ ਮਦਦ ਹੈ। ਕਿਸੇ ਦੀ ਸਮੱਸਿਆ ਸੁਣਨੀ ਉਸ ਦੀ ਮਦਦ ਹੈ। ਸਮਾਜਿਕ ਮੇਲ ਜੋਲ ਨਾਲ ਜਦੋਂ ਅਸੀਂ ਇੱਕ ਦੂਸਰੇ ਦੀ ਹੋਂਦ ਨੂੰ ਸਮਝ ਕੇ ਅਸੀਂ ਇੱਕ ਦੂਸਰੇ ਨਾਲ ਪ੍ਰੇਮ ਪਿਆਰ ਨਾਲ ਰਵਾਂਗੇ, ਸਾਡੇ ਉਹਨਾਂ ਘਰਾਂ ਦੀ ਗਿਣਤੀ ਵੱਧ ਜਾਏਗੀ ਜਿੱਥੇ ਅਸੀਂ ਆ ਜਾ ਸਕਦੇ ਹਾਂ। ਜਿੱਥੇ ਤੁਹਾਡੇ ਘਰ ਵੀ ਆਉਣ, ਤੁਸੀਂ ਉਹਨਾਂ ਦੇ ਘਰ ਵੀ ਜਾਓ। ਇਹ ਹੈ ਵਨ ਸੁੰਨਤਾ, ਡਾਇਵਰਸਿਟੀ, ਹਾਰਮਨੀ ਇਨ ਡਾਇਵਰਸਿਟੀ। ਸਾਡੇ ਹਰ ਕੋਲ ਕੁਝ ਨਾ ਕੁਝ ਕਿਸੇ ਦੂਸਰੇ ਨੂੰ ਦੇਣ ਲਈ ਹੁੰਦਾ ਹੈ। ਸਵਾਲ ਸਿਰਫ ਸਮਝਣ ਦਾ। ਜਿਸ ਦਿਨ ਗੁਰਬਾਣੀ ਸਮਝ ਲਈ, ਸਾਨੂੰ ਇਹ ਵੀ ਸਮਝ ਆਏਗਾ ਕਿ ਬਿਨਾਂ ਮੰਗਿਆ ਹੀ ਤੁਹਾਨੂੰ ਪਤਾ ਲੱਗ ਜਾਏਗਾ ਉਹਦੀ ਇਹ ਜ਼ਰੂਰਤ ਹੈ, ਤੁਸੀਂ ਉਹਦੀ ਜ਼ਰੂਰਤ ਪਤਾ ਕਰ ਦਿਓਗੇ, ਕਰ ਲੋਗੇ। ਮਿਸਾਲ ਹੈ, ਇੱਕ ਬਾਦਸ਼ਾਹ ਨੇ ਇੱਕ ਮੁਨਿਆਦੀ ਕਰਵਾ ਦਿੱਤੀ ਕਿ ਅੱਜ ਜੋ ਲੋੜਵੰਦ ਹੈ ਮੇਰੇ ਕੋਲ ਆਏ, ਮੈਂ ਆਪਣੇ ਖਜ਼ਾਨਿਆਂ ਦਾ ਦਰਵਾਜ਼ਾ ਖੋਲ੍ਹ ਦਿੱਤਾ। ਲਾਈਨਾਂ ਲੱਗ ਗਈਆਂ, ਕਿਲੋਮੀਟਰਾਂ ਦੀਆਂ ਕਿਲੋਮੀਟਰ। ਇੱਕ ਫਕੀਰ ਵੀ ਇੱਕ ਲਾਈਨ 'ਚ ਲੱਗ ਗਿਆ। ਜਦੋਂ ਉਸ ਦੀ ਵਾਰੀ ਆਏ ਤਾਂ ਉਹ ਆਪਣੇ ਪਿਛਲੇ ਨੂੰ ਕਹਿ ਦੇਵੇ ਤੂੰ ਪਹਿਲੇ ਲੈ, ਆਪ ਅਲੱਗ ਹੋ ਜਾਏ। ਆਪਣੀ ਵਾਰੀ ਉਸ ਨੂੰ ਦੇ ਦਿੱਤੀ। ਇਹ ਸਾਰਾ ਦਿਨ ਐਵੇਂ ਚੱਲਦਾ ਰਿਹਾ। ਰਾਜੇ ਨੇ ਕਿਹਾ ਤੂੰ ਕੀ ਕਰ ਰਿਹਾ? ਉਹ ਕਹਿੰਦਾ ਤੇਰੇ ਕੋਲ ਧਨ ਹੈ, ਤੂੰ ਧਨ ਦੇ ਰਿਹਾ, ਮੇਰੇ ਕੋਲ ਮੇਰੀ ਵਾਰੀ ਹੈ, ਮੈਂ ਵਾਰੀ ਦੇ ਰਿਹਾ। ਇਹ ਹੈ ਇਕਸਾਰਤਾ ਕਿ ਮੇਰੇ ਕੋਲ ਕੁਝ ਹੋਰ ਦੇਣ ਨੂੰ ਨਹੀਂ, ਤਾਂ ਮੈਂ ਆਪਣੀ ਵਾਰੀ ਦੇ ਰਿਹਾ। ਤਾਂ ਇਹ ਮੈਸੇਜ ਹੈ ਸਾਨੂੰ ਕਿ ਅਸੀਂ ਕਿਸੇ ਨਾ ਕਿਸੇ ਨੂੰ ਕੁਛ ਨਾ ਕੁਛ, ਕਿਸੇ ਨਾਲ, ਮੈਂ ਕਹਿੰਦਾ ਕਿਸੇ ਨਾਲ ਮਿੱਠੇ ਬੋਲ ਦੇਣਾ ਵੀ ਜਿਹੜੀ ਹੈ ਇਹ ਅਦਰਸ ਨੂੰ ਐਕਸੈਪਟ ਕਰਨਾ ਜਾਂ ਰਿਸਪੈਕਟ। ਕਿਸੇ ਦੇ ਹੰਝੂ ਪੂੰਝਦੇ ਨੇ ਆਪਣੇ ਰੁਮਾਲ ਨਾਲ, ਇਹ ਵੀ ਉਹਨੂੰ ਐਕਸੈਪਟ ਕਰਨਾ, ਉਹਦੀ ਰਿਸਪੈਕਟ ਕਰਨਾ। ਤਾਂ ਆਲੇ ਦੁਆਲੇ ਝਾਤ ਮਾਰੀਏ ਆਪਣੇ ਰੋਜ਼ਮਰਾ ਜ਼ਿੰਦਗੀ ਦੇ ਵਿੱਚ, ਦੇਖੀਏ ਬੜੇ ਲੋੜਵੰਦ ਤੁਹਾਨੂੰ ਦਿਖਾਈ ਦੇਣਗੇ ਫਾਰ ਸ਼ੋਰ। ਪਰ ਸੱਚੇ ਮਨ ਨਾਲ 100% ਤੁਹਾਨੂੰ ਬੜੇ ਲੋਕ ਦਿਖਣਗੇ ਜਿਨ੍ਹਾਂ ਨੂੰ ਤੁਹਾਡੀ ਜ਼ਰੂਰਤ ਹੈ। ਕਿਸੇ ਨੂੰ ਤੁਹਾਡੇ ਮਿੱਠੇ ਬੋਲਾਂ ਦੀ, ਕਿਸੇ ਨੂੰ ਕੁਝ ਖਾਣ ਦੀ, ਕਿਸੇ ਨੂੰ ਤੁਹਾਡਾ ਸਾਥ ਦੀ, ਕਿਸੇ ਨੂੰ ਤੁਹਾਡੇ ਪਿਆਰੀ ਲੁੱਕ ਦੀ। ਸੈਂਕੜੋਂ ਲੋਕ ਮਿਲਣਗੇ ਤੁਹਾਨੂੰ। ਆਪਣੇ ਘਰਾਂ ਦੇ ਅੰਦਰ ਝਾਤ ਮਾਰ ਕੇ ਦੇਖੋ, ਤੁਹਾਡੇ ਬੱਚੇ ਨੂੰ ਤੁਹਾਡੀ ਲੋੜ ਤਾਂ ਨਹੀਂ, ਤੁਹਾਡੀ ਪਤਨੀ ਨੂੰ ਤੁਹਾਡੀ ਲੋੜ ਤਾਂ ਨਹੀਂ, ਤੁਹਾਡੀ ਧੀ ਨੂੰ ਤੁਹਾਡੀ ਲੋੜ ਤਾਂ ਨਹੀਂ, ਤੁਸੀਂ ਉਹਨਾਂ ਨੂੰ ਇਗਨੋਰ ਤਾਂ ਨਹੀਂ ਕਰ ਰਹੇ। ਅੱਜ ਬਹੁਤ ਵੱਡਾ ਇੱਕ ਮਸਲਾ ਹੈ। ਮੈਂ ਥੋੜ੍ਹੀ ਜਿਹੀ ਪਹਿਲੇ ਇੱਕ ਥੋੜ੍ਹਾ ਜਿਹਾ ਮੈਂ ਇਹ ਪਿਛਲੇ ਲੈਕਚਰ 'ਚ ਗੱਲ ਕੀਤੀ ਸੀ ਰੈਲੀਵੈਂਸ ਆਫ ਗੁਰੂ ਗ੍ਰੰਥ ਸਾਹਿਬ ਦੇ। ਬਹੁਤ ਵੱਡਾ ਮਸਲਾ ਹੈ। ਘਰਾਂ ਵਿੱਚ ਅਸੀਂ ਬੱਚਿਆਂ ਨੂੰ ਟਾਈਮ ਨਹੀਂ ਦੇ ਰਹੇ। ਬੱਚੇ ਆਪਣੇ ਆਪ ਨੂੰ ਇਕੱਲਾ ਫੀਲ ਕਰ ਰਹੇ ਨੇ। ਬੱਚਾ ਘਰ ਨੂੰ ਘਰ ਹੀ ਨਹੀਂ ਸਮਝ ਰਿਹਾ, ਮਾਂ-ਬਾਪ ਨੂੰ ਮਾਂ-ਬਾਪ ਨਹੀਂ ਸਮਝ ਰਿਹਾ। ਉਹਦੇ ਪਿੱਛੇ ਕਿੱਥੇ ਨਾ ਕਿੱਥੇ ਕਿ ਤੁਹਾਡਾ ਕੰਸਰਨ ਨਹੀਂ ਹੋ ਰਿਹਾ। ਤੁਸੀਂ ਇੱਕੋ ਪਾਸੇ ਚੱਲ ਰਹੇ ਹੋ, ਪੈਸਾ ਕਮਾਉਣਾ ਹੈ। ਬੱਚਿਆਂ ਵੱਲ ਧਿਆਨ ਨਹੀਂ ਦੇ ਰਹੇ ਆਪਾਂ, ਬੱਚਿਆਂ ਦੇ ਸੈਂਟੀਮੈਂਟਸ ਨੂੰ ਨਹੀਂ ਸਮਝ ਰਹੇ। ਕਰਾਂਗਾ ਗੱਲ ਬ੍ਰਿਜਿੰਗ ਗੈਪ ਬਿਟਵੀਨ ਯੰਗਸਟਰਸ ਐਂਡ ਵੈਲਿਊ ਸਿਸਟਮ, ਲਾਸਟ ਵਿੱਚ ਆਏਗਾ ਇਹ ਟੌਪਿਕ। ਤਾਂ ਜੀਵਨ ਵਿੱਚ ਜੋ ਖੁਸ਼ੀ ਦੂਸਰੇ ਨੂੰ ਦੇਣ ਵਿੱਚ ਹੈ, ਉਹ ਖੁਸ਼ੀ ਆਪਣੇ ਆਪ ਨੂੰ ਜੋ ਹੈ ਵਿਕਸਿਤ ਕਰਨ ਨਾਲ ਨਹੀਂ ਹੈ। ਜਿਵੇਂ ਇੱਕ ਆਈਡੀਅਲ ਸੁਸਾਇਟੀ, ਇੱਕ ਆਦਰਸ਼ਕ ਸਮਾਜ ਦੀ ਸਿਰਜਣਾ ਹੋ ਸਕਦੀ ਹੈ, ਉਹ ਹੋ ਸਕਦੀ ਹੈ ਸਿਰਫ ਤੇ ਸਿਰਫ ਇੱਕ ਸੁਰਤਾ ਨਾਲ। ਇੱਕ ਸੁਰਤਾ ਵਖਰੇਵੇਂ ਪ੍ਰਤੀ ਸਵੀਕਾਰ ਦਾ ਸਤਿਕਾਰ ਹੈ। ਇੱਕ ਦਾ ਠੀਕ ਹੋਣਾ ਦੂਸਰੇ ਦਾ ਗਲਤ ਨਹੀਂ ਹੁੰਦਾ। ਤਾਂ ਆਪਣੇ ਦਿਲ ਵਿੱਚ ਕਿਸੇ ਦੂਸਰੇ ਨੂੰ ਜਗ੍ਹਾ ਦੇ ਕੇ ਜੋ ਹੈ ਉਸ ਨੂੰ ਸਵੀਕਾਰੋ। ਸਾਬੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੇ ਬਾਹਰ ਜੀਓ। ਗੁਰੂ ਸਾਹਿਬ ਤਾਂ ਸਾਨੂੰ ਹਰ ਗੱਲ ਦੇ ਉੱਤੇ ਸਮਝਾ ਰਹੇ ਨੇ, ਪਰ ਵੱਡੀ ਗੱਲ ਹੈ ਨਾ, ਅਸੀਂ ਸਮਝ ਨਹੀਂ ਰਹੇ। ਸਭ ਦੀ ਪਛਾਣ ਉਹ ਜਿਹੋ ਜਿਹਾ ਹੋਵੇ ਉਸ ਨੂੰ ਸਵੀਕਾਰ ਕਰੋ। ਇਤਿਹਾਸਕ ਤੌਰ 'ਤੇ ਗੁਰੂ ਨਾਨਕ ਸਾਹਿਬ ਜੀ ਨੇ ਸੱਜਣ ਨੂੰ ਐਕਸੈਪਟ ਕੀਤਾ ਸੀ, ਤਾਂ ਹੀ ਤਾਂ ਸੱਜਣ ਠੱਗ ਨੂੰ ਸੱਜਣ ਬਣਾਇਆ ਸੀ। ਹੀ ਜਸਟ
ਟੱਚ ਕੀਤਾ ਗੁਸ ਸੱਜਣ ਨੂੰ, ਜੇ ਉਹਨੂੰ ਐਕਸੈਪਟ ਨਾ ਕਰਦੇ ਤਾਂ ਉਹ ਸੱਜਣ ਠੱਗ ਹੀ ਰਹਿਣਾ ਸੀ। ਤੇ ਗੁਰੂ ਨਾਨਕ ਸਾਹਿਬ ਨੇ ਉਹਨੂੰ ਐਕਸੈਪਟ ਕੀਤਾ ਤੇ ਉਸ ਨੂੰ ਕਿਹਾ ਤੂੰ ਠੱਗੀਆਂ ਛੱਡ ਦੇ। ਉਸ ਤੋਂ ਬਾਅਦ ਗੁਰਦੁਆਰਾ ਦੁਬਾਰਾ ਸੱਜਣ ਠੱਗ ਨਾਲ ਮੇਲ ਨਹੀਂ ਹੈ ਗੁਰੂ ਨਾਨਕ ਸਾਹਿਬ ਦਾ ਇਤਿਹਾਸਕ ਤੌਰ ਤੇ, ਔਰ ਉਹ ਸੱਜਣ ਹੀ ਰਿਹਾ। ਕਿਤਨੇ ਹੀ ਸੱਜਣ ਠੱਗਾਂ ਨੂੰ ਸੱਜਣ ਬਣਾਇਆ, ਕਿਤਨੇ ਹੀ ਮਲਕ ਭਾਗਵਾਂ ਨੂੰ ਗੁਰੂ ਨਾਨਕ ਨੇ ਠੀਕ ਕੀਤਾ, ਕਿਤਨੇ ਹੀ ਕੋਡੇ ਰਾਖਸ਼ਾਂ ਨੂੰ ਠੀਕ ਕੀਤਾ। ਪਿੱਛੇ ਗੱਲ ਸੀ ਕਿ ਉਹਨਾਂ ਨੇ ਇਹਨਾਂ ਨੂੰ ਪਹਿਲੇ ਐਕਸੈਪਟ ਕੀਤਾ, ਤਦ ਉਹ ਠੀਕ ਹੋ ਪਾਏ, ਤਦ ਗੁਰੂ ਨਾਨਕ ਸਾਹਿਬ ਆਪਣੀ ਗੱਲ ਉਹਨਾਂ ਨੂੰ ਕਰ ਪਾਏ। ਜਿਹਨੂੰ ਤੁਸੀਂ ਐਕਸੈਪਟ ਨਹੀਂ ਕਰਦੇ, ਤੁਸੀਂ ਉਹਨੂੰ ਆਪਣੀ ਗੱਲ ਵੀ ਨਹੀਂ ਉਹਦੇ ਤੱਕ ਪਹੁੰਚਾ ਸਕਦੇ। ਤਾਂ ਗੁਰੂ ਨਾਨਕ ਨੇ ਇਤਿਹਾਸਕ ਤੌਰ ਤੇ ਕੀਤਾ। ਤਾਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਹੈ, ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਆਦਰਸ਼ ਨੇ, ਜੋ ਹੈ ਬ੍ਰਹਮੰਡੀ ਇਕਸੁਰਤਾ, ਇਹ ਹੈ ਸਾਡਾ ਤੁਹਾਡਾ ਸਭ ਦਾ ਇਖਲਾਕੀ ਫਰਜ਼ ਹੈ ਕਿ ਅਸੀਂ ਵਨਨੈਸ ਵਿੱਚ ਮੈਨੀਨੈਸ, ਵਨਨੈਸ ਇਨ ਮੈਨੀਨੈਸ ਵਿੱਚ ਦੇਖੀਏ। ਐਸਾ ਵਾਤਾਵਰਨ, ਐਸਾ ਇਨਵਾਇਰਮੈਂਟ ਕ੍ਰੀਏਟ ਕਰੀਏ ਕਿ ਜਿਹੜਾ ਆਚਰਨ ਦੀ ਸਭਿਅਤਾ। ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਕਿ ਇਸ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਸਭਿਅਤਾ ਹੈ ਉਹ ਆਚਰਨ ਦੀ ਹੈ। ਇੱਕ ਅਗਰ ਮਨੁੱਖ ਦਾ ਆਚਰਨ ਉੱਚਾ ਹੋ ਜਾਏ ਤਾਂ ਫਿਰ ਕੋਈ ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਰਹਿੰਦੀ। ਆਪਣੀ ਪ੍ਰੀਤੀ ਨੂੰ, ਆਪਣੀ ਸਭਿਅਤਾ ਨੂੰ, ਆਪਣੀ ਹੋਂਦ ਨੂੰ, ਆਪਣੀ ਹਸਤੀ ਨੂੰ, ਪੂਰੀ ਮਨੁੱਖਤਾ ਨੂੰ ਬਚਾਉਣ ਲਈ ਆਚਰਨ ਦੀ ਸਭਿਅਤਾ ਨੂੰ ਡਿਵੈਲਪ ਕਰੀਏ। ਤਾਂ ਆਚਰਨ ਦੀ ਸਭਿਅਤਾ ਬਾਰੇ ਪ੍ਰੋਫੈਸਰ ਪੂਰਨ ਸਿੰਘ ਨੇ ਕੁਝ ਲਾਈਨਾਂ ਲਿਖੀਆਂ ਨੇ। ਉਹ ਮੈਂ ਲਾਈਨਾਂ ਖਾਸ ਤੌਰ ਤੇ ਮੈਂ ਨੋਟ ਕੀਤੀਆਂ, ਸਮਝਣਾ ਇਹਨਾਂ ਲਾਈਨਾਂ ਨੂੰ। ਉਹ ਕਹਿੰਦੇ ਨੇ ਨਿਮਰਤਾ, ਹਿਊਮੈਲਿਟੀ, ਦਇਆ, ਜਿਹਨੂੰ ਕਰੁਣਾ ਵੀ ਕਹਿ ਸਕਦੇ ਹਾਂ, ਕੰਪੈਸ਼ਨ, ਪਿਆਰ ਤੇ ਖੁੱਲ੍ਹ ਦਿਲੀ, ਆਕਾਸ਼ ਵਾਂਗ ਵਿਸ਼ਾਲ ਦਿਲ, ਇਹ ਸਭ ਆਚਰਨ ਦੀ ਬੋਲੀ ਹੈ, ਆਚਰਨ ਦੀ ਭਾਖਾ, ਆਚਰਨ ਦੀ ਭਾਸ਼ਾ। ਆਚਰਨ ਦੀ ਅੱਖ ਦੇ ਇੱਕ ਅਥਰੂ ਨਾਲ ਸਾਰੇ ਸੰਸਾਰ ਦੀਆਂ ਅੱਖਾਂ ਸੇਜਲ ਹੋ ਜਾਣ। ਐਸਾ ਆਚਰਨ ਹੋਵੇ ਕਿ ਇੱਕ ਬੰਦਾ ਦੂਰ ਬੈਠਾ ਰੋ ਰਿਹਾ, ਤੁਹਾਡੀ ਅੱਖਾਂ 'ਚ ਹੀ ਉਹਦੀ ਕਰੁਣਾ, ਉਹਦੀ ਦਇਆ, ਉਹਨੂੰ ਸੁਣ ਕੇ ਤੁਹਾਡੀ ਅੱਖਾਂ ਵਿੱਚ ਵੀ ਜਲ ਆ ਜਾਵੇ। ਇਹ ਆਚਰਨ ਹੈ। ਆਚਰਨ ਨਾਲ ਨਵੇਂ ਨੈਣ ਪ੍ਰਗਟ ਹੋ ਜਾਂਦੇ ਨੇ। ਹਰ ਕਿਸੇ ਨੂੰ ਆਪਣੀ ਆਪਣੀ ਥਾਂ ਦੇ ਸਮੇਂ ਅਨੁਸਾਰ ਆਪਣੇ ਰੱਬ ਦੀ ਪ੍ਰਾਪਤੀ ਲਈ ਆਪਣੀ ਕਿਸ਼ਤੀ ਆਪ ਚਲਾਉਣੀ ਹੈ। ਤਾਂ ਇਸ ਲਈ ਆਚਰਨ ਦਾ ਵਿਕਾਸ ਹੀ ਜੀਵਨ ਦਾ ਸਭ ਤੋਂ ਵੱਡਾ ਵਿਕਾਸ ਹੈ। ਅਸੀਂ ਸਾਰੇ ਮਿਲ ਕੇ ਇਸ ਆਚਰਨ ਦੀ ਸਭਿਅਤਾ ਨੂੰ ਡਿਵੈਲਪ ਕਰੀਏ, ਆਚਰਨ ਦੀ ਸਭਿਅਤਾ ਨੂੰ ਪਹਿਲੇ ਤਾਂ ਐਕਸੈਪਟ ਕਰੀਏ, ਉਹਨੂੰ ਰਿਸਪੈਕਟ ਕਰੀਏ, ਫਿਰ ਉਸ ਆਚਰਨ ਦੀ ਸਭਿਅਤਾ ਨੂੰ ਪ੍ਰੋਟੈਕਟ ਕਰਕੇ ਆਪਣੇ ਬਿਹੇਵੀਅਰ ਦੇ ਵਿੱਚ ਲਿਆਈਏ। ਔਰ ਇਹ ਕਦਮ ਅੱਜ ਤੇ ਹੁਣੇ ਤੋਂ ਹੀ ਸਾਨੂੰ ਚੁੱਕਣੇ ਪੈਣਗੇ, ਕੱਲ੍ਹ ਦੀ ਇੰਤਜ਼ਾਰ ਨਹੀਂ ਕਰਨੀ। ਮੈਂ ਫਿਰ ਕਹਿ ਰਿਹਾ, ਸਿਚੁਏਸ਼ਨ ਇਜ਼ ਵੈਰੀ ਵੈਰੀ ਗ੍ਰੇਵ। ਅਸੀਂ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਇਹ ਇੱਕ ਮੈਂ ਲੈਬੋਰਟਰੀ ਕਹਿੰਦਾ ਹੁੰਦਾ ਇਸ ਕਲਾਸ ਨੂੰ, ਮੈਂ ਇੱਥੇ ਪਿਛਲੇ 8 ਸਾਲਾਂ ਦੇ ਵਿੱਚ ਸੈਂਕੜੋਂ ਬੰਦਿਆਂ ਨੂੰ ਬਦਲਦੇ ਦੇਖਿਆ। ਲਾਸਟ ਕਲਾਸ ਦੇ ਵਿੱਚ ਤੁਸੀਂ ਵੀ ਆਪਣੇ ਇੱਥੇ ਜਦੋਂ ਗੱਲ ਕਰੋਗੇ ਤਾਂ ਤੁਸੀਂ ਵੀ ਆਪਣੇ ਆਪ ਨੂੰ, ਅਸੀਂ ਤੁਹਾਡੇ ਖਿਆਲਾਤ ਜਦੋਂ ਸੁਣਾਂਗੇ, ਕੱਲ੍ਹ ਕਦੀ ਆਣੀ ਨਹੀਂ। ਇਸੇ ਲਈ ਮੈਂ ਕਹਿ ਰਿਹਾ ਅੱਜ ਸ਼ੁਰੂ ਕਰੀਏ। ਵੀ ਸ਼ੁੱਡ ਲਰਨ ਵਟ ਵੀ ਆਰ ਡੂਇੰਗ ਟੂ ਮੇਕ ਦਾ ਹੋਲ ਵਰਲਡ ਬੈਟਰ ਪਲੇਸ। ਸਾਨੂੰ ਸਮਝਣਾ ਪਏਗਾ ਇਸ ਦੁਨੀਆ ਨੂੰ ਬੈਟਰ ਪਲੇਸ ਅਸੀਂ ਆਪ ਬਣਾਉਣਾ ਹੈ। ਅਮਰੀਕਾ ਨੇ ਨਹੀਂ ਬਣਾਉਣਾ ਬਾਹਰੋਂ ਆ ਕੇ, ਜਾਂ ਸਟੇਟ ਦੇ ਹੈੱਡ ਨੇ, ਮੈਂ ਕਿਸੇ ਦਾ ਨਾਂ, ਉਸਨੇ ਨਹੀਂ ਬਣਾਉਣਾ। ਹਰ ਬੰਦੇ ਦਾ ਇਖਲਾਕੀ ਫਰਜ਼ ਹੈ, ਸੈਲਫ ਰਿਸਪੌਂਸਿਬਿਲਿਟੀ ਲੈਣੀ ਪਏਗੀ। ਹਰ ਬੰਦੇ ਨੂੰ ਸੈਲਫ ਰਿਸਪੌਂਸਿਬਿਲਿਟੀ ਸਮਝਣੀ ਪਏਗੀ। ਸਾਨੂੰ ਚਿੰਤਨ ਕਰਨਾ ਹੈ, ਚਿੰਤਨ ਕਰਨਾ ਪਵੇਗਾ, ਚਿੰਤਨ ਕਰਨਾ ਚਾਹੀਦਾ ਹੈ। ਇੱਕ ਪੁਰਾਣੀ ਕਹਾਵਤ ਹੈ ਕਿ ਇਫ ਯੂ ਵਾਂਟ ਟੂ ਵਾਕ ਫਾਸਟ ਵਾਕ ਅਲੋਨ। ਤੇਜ਼ੀ ਨਾਲ ਭੱਜਣਾ ਹੈ ਤੇ ਇਕੱਲੇ ਹੀ ਭੱਜੋਗੇ। ਇਫ ਯੂ ਵਾਂਟ ਟੂ ਵਾਕ ਫਾਰ ਵਾਕ ਟੂਗੈਦਰ। ਜੇ ਦੂਰ ਤੱਕ ਚੱਲਣਾ ਹੈ ਤਾਂ ਫਿਰ ਸਾਨੂੰ ਸਭ ਨੂੰ ਮਿਲ ਕੇ ਦੂਰ ਤੱਕ ਚੱਲਣਾ ਪਵੇਗਾ। ਔਰ ਉਹਦਾ ਇੱਕੋ ਹੀ ਲਾਈਨ ਦੇ ਵਿੱਚ ਜਿਹੜਾ ਮੈਂ ਨਟਸ਼ੈਲ ਕਰਦਾ, ਉਹ ਸਿਰਫ ਤੇ ਸਿਰਫ ਇੱਕ ਸੁਰਤ ਹੈ। accept the identity of each other, respect the identity of each other, and then if needed protect the identity of each others। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।